ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹੱਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਜੁੜ ਗਏ ਨੇ। ਪੱਟੀ ਸਾਹਿਬ ਗੁਰਫਤਿਹ ਜੀ, ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਬੀਅਤ ਕਿਵੇਂ ਹੈ ਜੀ ਤੁਹਾਡੀ? ਠੀਕ ਹੈ ਜੀ, ਕਾਫੀ ਠੀਕ ਹੁੰਦਾ। ਚਲੋ, ਗੁਰੂ ਮਹਾਰਾਜ ਮਿਹਰ ਕਰੇ ਜੀ। ਤੇ ਸਭ ਤੋਂ ਪਹਿਲਾਂ ਤਾਂ ਆਪਾਂ ਅਹਿਮ ਖਬਰ ਲੈਂਦੇ ਹਾਂ ਕਿ ਜਿਹੜਾ ਸਾਡੇ ਪ੍ਰਧਾਨ ਸਾਹਿਬ ਦਾ ਬਿਆਨ ਆਇਆ ਹੈ ਸ਼੍ਰੋਮਣੀ ਕਮੇਟੀ ਦੇ, ਕਹਿੰਦੇ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਬਾਰੇ ਤਾਂ ਕਹਿੰਦੇ ਟਾਸਕ ਫੋਰਸ ਨੂੰ ਪਹਿਲਾਂ ਹੀ ਪਤਾ ਸੀ। ਜੇ ਪਹਿਲਾਂ ਪਤਾ ਸੀ ਤਾਂ ਫਿਰ ਅੰਦਰ ਕਿਉਂ ਜਾਣ ਦਿੱਤਾ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਕਹਿੰਦੇ ਹੁੰਦੇ ਆ ਜੀ, सच्चाई छुप नहीं सकती कभी, बनावट से असूलों से जी, खुशबू आ नहीं सकती कभी कागज के फूलों से। ਸਾਡੇ ਪ੍ਰਧਾਨ ਸਾਹਿਬ ਨਾਲ ਇਹੀ ਵਾਪਰਿਆ ਜੀ। ਪ੍ਰਧਾਨ ਸਾਹਿਬ ਇਹ ਕਹਿ ਰਹੇ ਨੇ ਕਿ ਜਦੋਂ ਉਹ ਬੰਦਾ ਜਿਹੜਾ ਸੀ 8:30 ਤੇ ਐਂਟਰ ਕਰਨ ਲੱਗਾ ਘੰਟਾ ਘਰ ਵਾਲੇ ਪਾਸਿਓਂ, ਤੇ ਸਾਡੇ ਸੇਵਾਦਾਰ ਨੇ ਰੋਕ ਦਿੱਤਾ ਜੀ ਤੇ ਤੇਰੀ ਵੇਸ਼ਭੂਸ਼ਾ ਜਿਹੜੀ ਸ਼ਰਧਾਲੂ ਵਾਲੀ ਨਹੀਂ ਲੱਗਦੀ। ਮੁੜ ਕੇ ਉਹ ਵਿਅਕਤੀ ਬਕਾਇਦਾ ਤੌਰ ਤੇ ਲੰਗਰ ਹਾਲ ਚ ਗਿਆ, ਜਾ ਕੇ ਪ੍ਰਸ਼ਾਦਾ ਛਕਿਆ ਜੀ, ਚਾਹ ਪੀਤੀ। ਉਸ ਤੋਂ ਬਾਅਦ ਫਿਰ ਉਹ ਐਂਟਰ ਕਰਨ ਲੱਗਾ, ਲੇਕਿਨ ਫਿਰ ਉਹਦੇ ਮਨ ਚ ਕੀ ਆ, ਅੱਗੇ ਸੇਵਾਦਾਰ ਖੜਾ ਸੀ, ਵਾਪਸ ਆ ਗਿਆ ਜੀ। ਇਹ 9:30 ਦੀ ਗੱਲ ਆ ਜੀ। ਫਿਰ ਉਹ 10:15 ਦੇ ਉੱਤੇ ਐਂਟਰ ਕੀਤਾ ਦਰਬਾਰ ਸਾਹਿਬ। ਕੀਤਾ ਵੀ ਲੰਗਰ ਹਾਲ ਵਾਲੇ ਪਾਸੇ। ਅੱਛਾ ਜੀ। ਕਾਰਨ ਤੋਂ ਬਾਅਦ ਬਕਾਇਦਾ ਤੌਰ ਤੇ ਉਹ ਦਰਬਾਰ ਦੇ ਅੰਦਰ ਗਿਆ, ਉੱਥੇ ਜਾ ਕੇ ਮੱਥਾ ਟੇਕਿਆ ਕਿ ਨਹੀਂ ਟੇਕਿਆ ਤੇ ਵੱਖਰੀ ਗੱਲ ਆ। ਲੇਕਿਨ ਦਰਬਾਰ ਚੋਂ ਨਿਕਲ ਕੇ ਉਹ ਦਰਬਾਰ ਸਾਹਿਬ ਦੇ ਪਹਿਲੀ ਮੰਜ਼ਿਲ ਚਲ ਗਿਆ, ਹਰ ਕੀ ਪੜੀ ਕੋਲ। ਅੱਛਾ ਜੀ। ਉੱਥੇ ਉਹਨੇ ਘੇਰੇ ਪ੍ਰਕਰਮਾ ਵੀ ਕੀਤੀ, ਕਿਹੜਾ ਜ਼ਹਿਰ ਕੀਤੀ ਤੁਸੀਂ ਜਾਣਦੇ ਕੁਛ। ਹਾਂ, ਉਹ ਤਾਂ ਉਹਦੀ ਪਤਾ ਲੱਗਦਾ ਵੀ। ਉਸ ਤੋਂ ਬਾਅਦ ਉਹ 1 ਘੰਟਾ ਉੱਥੇ ਰਿਹਾ, ਉਹ ਬਾਹਰ ਆ ਗਿਆ। ਬਾਹਰ ਆ ਕੇ ਅਕਾਲ ਤਖਤ ਦੇ ਕੁੱਤੇ ਬੈਠਾ ਜੀ। ਮੁੜ ਕੇ ਫਿਰ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਅੰਦਰ ਦਰਬਾਰ ਦੇ, ਤੇ ਉਹਨੂੰ ਰੋਕ ਦਿੱਤਾ ਗਿਆ, ਭਾਈ ਤੂੰ ਨਹੀਂ ਅੰਦਰ ਜਾ। ਕਰੀਬ 4 ਵਜੇ ਫਿਰ ਜਦੋਂ ਗਿਆ ਤਾਂ ਅੱਗੋਂ ਉਹਨੂੰ ਚੌਕੀਦਾਰ ਨੇ ਫੜ ਲਿਆ, ਭਾਈ ਤੂੰ ਨਹੀਂ ਅੰਦਰ ਜਾ ਸਕਦਾ ਤੇ ਬਾਹਰ ਚੱਲ। ਵੀ ਤੇਰੀ ਸ਼ਕਲ ਸੂਰਤ ਜਿਹੜੀ ਆ ਉਹ ਸ਼ਰਧਾਲੂ ਵਾਲੀ ਨਹੀਂ ਲੱਗਦੀ ਜੀ। ਜੇ 3 ਵਾਰੀ 4 ਵਾਰੀ ਤੁਹਾਡੇ ਸੇਵਾਦਾਰ ਰੋਕਿਆ, ਉਹਨਾਂ ਨੇ ਕਿਸੇ ਤੁਹਾਡੇ ਅਧਿਕਾਰੀ ਨੂੰ ਦੱਸਿਆ? ਨਹੀਂ ਦੱਸਿਆ। ਇਹ ਤਾਂ ਗੱਲ ਹੈ। ਪੁਲਿਸ ਨੂੰ ਦੱਸਿਆ? ਪੁਲਿਸ ਨੂੰ ਬੰਦਾ ਫੜਾਉਂਦੇ ਵੀ ਸਾਨੂੰ ਇਹ ਬੰਦਾ ਸ਼ੱਕੀ ਲੱਗਦਾ ਤੇ ਇਹਦੀ ਪੜਤਾਲ ਕੀਤੀ ਜਾਵੇ, ਇਹ ਕਿੱਥੋਂ ਆਇਆ ਤੇ ਕੌਣ ਆ ਜੀ। ਇਹ ਨਹੀਂ ਦੱਸਿਆ ਨਾ। 5 ਵਜੇ ਬਕਾਇਦਾ ਤੌਰ ਤੇ ਸਟਾਫ ਦੀ ਡਿਊਟੀ ਹੁੰਦੀ ਆ ਜੀ, ਚੇਂਜ ਹੁੰਦੀ ਆ। ਉਸ ਤੋਂ ਬਾਅਦ ਉਹ ਕਰੀਬ 5:20 ਦੇ ਉੱਤੇ ਐਂਟਰ ਕਰਦਾ ਜੀ, ਤੇ 5:46 ਤੇ ਅੰਦਰ ਪਹੁੰਚ ਜਾਂਦਾ ਵਾ। ਅੰਦਰ ਪਹੁੰਚ ਕੇ ਫਿਰ ਉਹ ਜਿਹੜਾ ਜਦੋਂ ਰਹਿ ਰਸਾ ਪਾਠ ਹੁੰਦਾ, ਉਸ ਟਾਈਮ ਤੇ ਇਸ ਕਾਂਡ ਨੂੰ ਅੰਜਾਮ ਦਿੰਦਾ। ਇਹਦਾ ਮਤਲਬ ਵੈਲ ਪਲੈਨਡ ਸੀ ਫਿਰ ਤਾਂ? ਬਿਲਕੁਲ ਵੈਲ ਪਲੈਨਡ ਸੀ। ਇਹ ਤਾਂ ਫਿਰ ਆਪਾਂ ਕਹਿ ਹੀ ਨਹੀਂ ਸਕਦੇ ਨਾ ਕਿਸੇ ਤਰ੍ਹਾਂ ਨਾਲ ਵੀ। ਹਾਂਜੀ। ਹੁਣ ਸਵਾਲ ਇਹ ਪੈਦਾ ਹੁੰਦਾ ਜੀ, ਉਹਨੇ ਜੋ ਕਰਨਾ ਸੀ ਕਰਤਾ, ਜੋ ਹੋਣਾ ਸੀ ਹੋ ਗਿਆ ਜੀ। ਤੁਸੀਂ ਆ ਨਹੀਂ ਵੇਖਿਆ ਤਾਂ ਨਹੀਂ ਵੇਖਿਆ, ਉਹ ਜਿਹਾ ਇਹਨਾਂ ਦਾ ਮੈਨੇਜਰ ਹੈਗਾ ਇੱਕ ਲੁੱਚੜ ਜਿਹਾ। ਅੱਛਾ। ਉਹਨੂੰ ਅਸੀਂ ਗੁੰਡਾ ਪ੍ਰਸਾਦ ਹੀ ਕਹਿੰਦੇ ਹਾਂ। ਪਹਿਲਾਂ ਵੀ ਉਹ ਆਇਆ ਚਰਚਾ ਚ ਲਪੂੜੇ ਲਾਉਣ ਦੇ ਸ਼ਰਧਾਲੂਆਂ। ਹਾਂਜੀ। ਉਹਨੂੰ ਗੁੰਡਾ ਪ੍ਰਸਾਦ ਹੀ ਕਹਿੰਦੇ। ਉਹਨੂੰ ਪਤਾ ਨਹੀਂ ਕਿਉਂ ਮੈਨੇਜਰ ਲਾਇਆ। ਜਿਹੜਾ ਬੰਦਾ ਇੱਕ ਬਕਾਇਦਾ ਤੌਰ ਤੇ 1999-90 ਦੇ ਵਿੱਚ ਸਿਰਫ ਤੇ ਸਿਰਫ ਪ੍ਰੈਸ ਦੇ ਵਿੱਚ ਹੈਲਪਰ ਭਰਤੀ ਹੁੰਦਾ, ਪ੍ਰੈਸ ਦੇ ਵਿੱਚ ਜੀ, ਤਰੱਕੀਆਂ ਵੇਖੋ ਕਿੱਦਾਂ ਜਾਂਦੇ, ਆਪਾਂ ਤਨਖਾਹਾਂ ਵੀ ਵਧਾ ਦਿੰਦੇ ਤੇ ਫਿਰ ਉਹਨਾਂ ਨੂੰ ਪ੍ਰਮੋਸ਼ਨ ਦੇ ਦਿੰਦੇ, ਮੈਨੇਜਰ ਲਾ ਦਿੰਦੇ। ਦਰਬਾਰ ਸਾਹਿਬ ਦੇ ਮੈਨੇਜਰ ਦੀ ਪੋਸਟ, ਦੇ ਮੈਨੇਜਰ ਦੀ ਜੀ ਕੁਆਲੀਫਿਕੇਸ਼ਨ ਉਹ ਘੱਟੋ ਘੱਟ MA ਆ ਜੀ। ਉਹਦੇ ਸੈਕਟਰੀ ਦੀ ਕੁਆਲੀਫਿਕੇਸ਼ਨ MA ਆ।
ਇੱਥੇ ਮੈਂ 8 ਫੇਲ ਵੀ ਸੈਕਟਰੀ ਲੱਗੇ ਵੇਖੇ ਜੀ। ਜਦੋਂ ਕਿ ਅੰਗਰੇਜ਼ੀ ਬੋਲਣ ਲੱਗ ਜਾਂਦਾ ਸੀ ਤੇ ਬਾਹਰ ਬੁਲਾਉਂਦੇ ਸੀ ਆਪਣੇ ਪੀਰ ਨੂੰ, ਪੁੱਛ ਕੀ ਜਾਂਦਾ ਹੈ। ਹੁਣ ਵੀ ਇਹੋ ਹਾਲ ਜੀ। ਹੁਣ ਜਾਂ ਤਾਂ ਉੱਥੇ ਕੁਆਲੀਫਾਈਡ ਬੰਦਾ ਹੋਵੇ ਤੇ ਚਾਰਜ ਪਰ ਧਿਆਨ ਰੱਖੇ ਤੇ ਮਿੰਟ ਤੇ ਗੌਰ ਕਰੇ, ਭਾਈ ਜਿਹਦਾ ਨੂੰ ਪੁੱਛੇ ਕਿ ਕੋਈ ਪ੍ਰੋਬਲਮ ਤਾਂ ਨਹੀਂ ਆਈ। ਜੀ ਬਿਲਕੁਲ। ਤੇ ਜਿਹੜਾ ਆਪ ਹੀ ਉਹਨਾਂ ਕੁ ਪੜ੍ਹਿਆ ਲਿਖਿਆ ਉਹਨੇ ਕੀ ਕਰਨਾ ਸੀ? 13 ਵਜੇ ਉੱਠ ਕੇ ਆਪਾਂ ਘਰੋਂ ਆਉਣਾ ਵਾ ਜੀ। ਮੈਨੇਜਰ ਸਾਹਿਬ ਕਿੱਥੇ ਗਿਆ ਜੀ? ਬਾਹਰ ਗਏ ਨੇ ਜੀ। ਬਾਹਰ ਕਿੱਥੇ ਕੋਈ ਪਤਾ, ਕਿਸੇ ਨੂੰ ਕੋਈ ਪਤਾ ਨਹੀਂ ਜੀ। ਹੋਇਆ ਕੀ? ਜਦੋਂ ਉਹਨੂੰ ਫੜ ਲਿਆ, ਚੁੱਕ ਕੇ ਉਹਨਾਂ ਨੇ ਗਲਿਆਰੇ ਚੋਂ ਬਾਹਰ ਸੁੱਟ ਦਿੱਤਾ ਤੇ ਮੁੜ ਕੇ ਸੰਗਤਾਂ ਚੋਂ ਫੜ ਲਿਆ ਤੇ ਉਦੋਂ ਬਾਅਦ ਟਾਸਕ ਫੋਰਸ ਵਾਲੇ ਆ ਗਏ ਤੇ ਟਾਸਕ ਫੋਰਸ ਜਿਹੜੀ ਉਹ ਲੈ ਗਿਆ ਉਹਨੂੰ ਇੱਕ ਕਮਰੇ ਦੇ ਵਿੱਚ। ਉਹੀ ਇਹਨਾਂ ਦਾ ਇੰਟਰੋਗੇਸ਼ਨ ਸੈਂਟਰ ਬਣਿਆ ਜਿਹੜਾ ਇੱਕ ਇੰਟਰੋਗੇਸ਼ਨ ਸੈਂਟਰ। ਪਰ ਕਰਮਾਂ ਦੇ ਵਿੱਚ ਉਹਦੀਆਂ ਲੱਤਾਂ ਵੀ ਤੋੜਤੀਆਂ ਤੇ ਉਹਦੀਆਂ ਉਂਗਲਾਂ ਵੀ ਤੋੜਤੀਆਂ, ਸਭ ਕੁਝ ਤੋੜਤਾ। ਮਗਰ ਕੀ ਰਹਿ ਗਿਆ ਫਿਰ? ਮਗਰ ਕੁਝ ਵੀ ਨਹੀਂ। ਤੁਸੀਂ ਭਾਈ ਇਹਨੂੰ ਸਲੀਕੇ ਤੇ ਤਰੀਕੇ ਨਾਲ ਪੁੱਛੋ, ਪਹਿਲਾਂ ਨੂੰ ਪਾਣੀ ਪਿਆਓ, ਬਿਠਾਓ, ਉਹਨੂੰ ਪੁੱਛੋ ਭਾਈ ਹਾਂ ਵੀ ਆ ਤੂੰ ਦੱਸ ਕੌਣ ਆ, ਕਿੱਥੋਂ ਆਇਆ, ਤੂੰ ਕਿਵੇਂ ਆ, ਤੂੰ ਆ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ? ਫਿਰ ਤੂੰ ਗੱਲ ਬਣ ਜਾਂਦੀ ਜੀ। ਹੁਣ ਟਾਸਕ ਫੋਰਸ ਜਿਹੜੀ ਆ 1986 ਚ ਬਣਾਈ ਗਈ। ਅੱਛਾ ਜੀ। ਉਹ ਬਣਾਈ ਕਿਉਂ ਗਈ ਸੀ? 1984 ਦੇ ਵਿੱਚ ਬਕਾਇਦਾ ਤੌਰ ਤੇ ਸਾਡੇ ਜਿਹੜੇ ਧਰਮੀ ਫੌਜੀ ਜੀ, ਜਿਹੜੇ ਉਦੋਂ ਸਾਕਾ ਨੀਲਾ ਤਾਰਾ ਕਰਕੇ ਆਪਣੀਆਂ ਨੌਕਰੀਆਂ ਛੱਡ ਕੇ ਆ ਗਏ ਸੀ ਜੀ, ਉਹਨਾਂ ਨੂੰ ਸੈੱਟ ਕੀਤਾ ਸੀ। ਹਾਂਜੀ ਹਾਂਜੀ। ਉਹ ਦੋ ਕੰਮ ਸੀਗੇ ਜੀ। ਇੱਕ ਦਿਨ ਉਹ ਸੈੱਟ ਕਰਨਾ ਸੀਗਾ, ਇੱਕ ਦੂਜਾ ਇਹ ਸੀਗਾ ਵੀ ਉਸ ਟਾਈਮ ਦੇ ਕੁਝ ਲੁੱਚੇ ਲੰਨੇ ਬੱਚੇ ਜਿਹੜੇ ਪ੍ਰਕਰਮਾਂ ਤੁਰੇ ਫਿਰਦੇ ਸੀ ਜੀ, ਉਹਨਾਂ ਟੱਕਰਾ ਕਰਨ ਵਾਸਤੇ। ਭਜਾਉਣੇ ਵੀ ਸੀ ਉਹ। ਹਾਂਜੀ ਹਾਂਜੀ। ਤੇ ਬ੍ਰਿਗੇਡੀਅਰ ਮਹਿੰਦਰ ਸਿੰਘ ਹੁੰਦੇ ਸੀਗੇ। ਅੱਛਾ ਜੀ। ਜਿਹੜੇ ਇਹਦੇ ਮੁਖੀ ਬਣਾਏ ਗਏ। ਉਹਨਾਂ ਦੇ 2 IC ਮੇਰੇ ਖਿਆਲ ਨਾਲ ਕੈਪਟਨ ਚੰਨਨ ਸਿੰਘ ਹੁੰਦੇ ਸੀ ਜੀ, ਆ ਜਿਹੜੇ ਕਾਫੀ ਚਰਚਿਤ ਨੇ ਅੱਜ। ਨਹੀਂ ਉਹ ਤਾਂ ਬੜੇ ਸ਼ਰੀਫ ਜਿਹੇ ਬੰਦੇ ਸੀ। ਅੱਛਾ ਜੀ। ਨਹੀਂ, ਜਿਹੜੇ ਕਾਫੀ ਬੱਚਿਆਂ ਨੂੰ ਬੜੀ ਸਹਾਇਤਾ ਸੂਤਾ ਕਰਦੇ ਨੇ ਪੜ੍ਹਨ ਪੜ੍ਹਾਉਣ ਤੇ। ਨਹੀਂ, ਉਹ ਚੰਨਨ ਸਿੰਘ ਹੋਰ ਆ ਜੀ। ਅੱਛਾ ਜੀ, ਠੀਕ ਹੈ। ਇਹ ਚੰਨਨ ਸਿੰਘ ਹੋਰ, ਉਹ ਹੋਰ। ਅੱਛਾ, ਉਹਨਾਂ ਨੇ ਕੀ ਕੀਤਾ ਵੀ ਉਹ ਹੁੰਦੇ ਸੀ ਤੇ ਉਦੋਂ ਟਾਸਕ ਬਣਾਈ ਸੀ ਉਹਨਾਂ ਫੌਜੀਆਂ ਦੀ, ਜਿਨ੍ਹਾਂ ਨੇ 9 ਮਹੀਨੇ ਬਕਾਇਦਾ ਤੌਰ ਤੇ ਹੱਡ ਰਗੜ ਕੇ ਆਪਣੀ ਟ੍ਰੇਨਿੰਗ ਲਈ ਸੀ। ਜਿਨ੍ਹਾਂ ਨੇ ਹੋਰ ਵੀ ਕਈ ਕੋਰਸ ਕੀਤੇ ਸੀ। ਪਤਾ ਸੀ ਵੀ ਜੇ ਕਿਸੇ ਨੂੰ ਪੁੱਛ ਪੜਤਾਲ ਕਰਨੀ ਹੈ ਤੇ ਕਿਵੇਂ ਕਰਨੀ ਹੈ, ਤੇ ਜੇ ਕਿਸੇ ਕੁੱਟਮਾਰ ਕਰਨੀ ਤਾਂ ਕਿਵੇਂ ਕਰਨੀ, ਜਿਹੜੀ ਉਹ ਸੱਟ ਲੱਗੇ ਲੇਕਿਨ ਉਹਨੂੰ ਨੁਕਸਾਨ ਨਾ ਹੋਵੇ। ਹੁਣ ਕੀ ਹੋਇਆ ਜੀ? ਇਹ ਕੁੱਟੀ ਗਏ, ਉਹਨੂੰ ਪੁੱਛਿਆ ਤਾਂ ਕੱਖ ਨਹੀਂ। ਅੱਛਾ। ਕੁੱਟਦੇ ਬੰਦਾ ਮਰ ਗਿਆ। ਮੁੜ ਕੇ ਇਹ ਵੀਲ ਚੇਅਰ ਤੇ ਪਾ ਕੇ ਉਹਨੂੰ ਆਪਣੇ ਦਫ਼ਤਰ ਲੈ ਤੇ ਕਹਿਤਾ ਜੀ ਭੀੜ ਨੇ ਮੌਬ ਲਿੰਚਿੰਗ ਕਰਕੇ ਮਾਰ ਦਿੱਤਾ। ਦੱਸੋ। ਵੀ ਪਹਿਲੀ ਗੱਲ ਤੁਸੀਂ ਐਡਾ ਵੱਡਾ ਗੁਨਾਹ ਅੰਦਰ ਕਰੀ ਜਾਂਦੇ ਹੋ ਬਿਲਕੁਲ ਦੇ ਵਿੱਚ, ਲੋਕਾਂ ਨੂੰ ਕੀ ਸਮਝਾਓਗੇ? ਸ਼ਾਂਤੀ ਦਾ ਪ੍ਰਤੀਕ। ਹੁਣ ਜੇ ਪ੍ਰਧਾਨ ਇੰਨੀ ਗੱਲ ਮੰਨਦਾ ਵੀ ਸਾਡੀ ਟਾਸਕ ਫੋਰਸ ਨੂੰ ਇਸ ਗੱਲ ਦਾ ਪਤਾ ਸੀ ਤੇ ਫਿਰ ਮੈਨੇਜਰ ਨੂੰ ਤੇ ਉਹਨਾਂ ਟਾਸਕ ਫੋਰਸ ਨੂੰ ਸਸਪੈਂਡ ਕਰੋ, ਕਿਉਂ ਨਹੀਂ ਕੀਤਾ? ਬਿਲਕੁਲ ਕਰੋ ਵੀ ਉਹ ਜਿਹੜੀ ਡਿਊਟੀ ਤੇ ਉਹਨਾਂ ਨੇ ਕੁਤਾਹੀ ਕੀਤੀ ਹੈ। ਜਿਹੜੀ ਸਾਡੇ ਕੁਝ ਪੱਤਰਕਾਰ ਲਿਖਦੇ ਮਰਦੇ ਮੁਜ਼ਾਹਿਦ ਕੀ ਲਿਖਦੇ ਜੀ? ਫਲਾਣਾ ਸਿੰਘ, ਸੁੱਖਾ ਸਿੰਘ ਤੇ ਮਹਿਤਾਬ ਸਿੰਘ ਤੁਲਨਾ ਕਰ ਰਹੇ ਜੀ ਮੈਨੇਜਰ ਦੀ। ਅੱਛਾ, ਬਾਤ ਦੱਸੋ। ਕਿਆ ਬਾਤ। ਗਰਚਾ ਸਿੰਘ ਤੇ ਬੋਤਾ ਸਿੰਘ ਨਾਲ ਤੁਲਨਾ ਕਰ ਰਹੇ ਜੀ। ਬੜਾ ਵੱਡਾ ਕੰਮ ਕਰਦਾ ਮੀਡੀਆ ਤੇ ਵੀ ਕਰੀ ਜਾਂਦੇ ਲੋਕ, ਇਹ ਤਾਂ ਉਹਦੀ ਕਰੀ ਜਾਣ ਜੀ। ਹੁਣ ਚਲੋ ਬੰਦਾ ਮਾਰਨ ਦੀ ਬਜਾਏ ਜੇ ਕੋਈ ਉਹਦੀ ਪੁੱਛ ਪੜਤਾਲ ਕੀਤੀ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਜੀ, ਜਿਹੜੀ ਦਰਬਾਰ ਸਾਹਿਬ ਕੰਪਲੈਕਸ ਆ ਉਹਨੂੰ ਬਕਾਇਦਾ ਤੌਰ ਤੇ ਜਿਹੜਾ ਵਾ ਲਾਉਂਦੇ ਕਹਿੰਦੇ ਹੁੰਦੇ ਆ ਕੀ ਵੈਕਟਰ ਜੀ ਕੀ ਕਹਿੰਦੇ, ਉਹਨੂੰ ਨਾਂ ਭੁੱਲ ਗਿਆ ਆਪਣਾ ਕੀ ਕਹਿੰਦੇ ਆ, ਹੈਰੀਟੇਜ ਹੈਰੀਟੇਜ ਸਭ ਦੇ ਕੋਰ ਹੁੰਦਾ ਵਾ। ਵੈਟੀਕਨ ਜੀ, ਵੈਟੀਕਨ ਸਟੇਟਸ ਅੰਦਰ ਨੇ ਦਿੱਤਾ ਹੋਇਆ। ਅੱਛਾ ਜੀ, ਵੈਟੀਕਨ ਸਟੇਟਸ, ਠੀਕ ਹੈ, ਵੈਟੀਕਨ ਸਿਟੀ ਵਾਂਗ। ਕਿਉਂਕਿ ਉਹ ਇਸ ਕਰਕੇ ਦਿੱਤਾ ਹੋਇਆ ਵੀ ਉਹਦੇ ਵਿੱਚ ਬਕਾਇਦਾ ਤੌਰ ਤੇ SGPC ਦੀ ਪਰਮਿਸ਼ਨ ਤੋਂ ਬਗੈਰ ਕੋਈ ਵੀ ਸੁਰੱਖਿਆ ਫੋਰਸ ਨਹੀਂ ਜਾ ਸਕਦੀ, ਭਾਵੇਂ ਸ਼ੁਰੂਆਤੀ ਚ। ਤੇ ਰੰਧਾਵਾ ਸਾਹਿਬ ਨੇ ਕੱਲ ਕਹਿ ਦਿੱਤਾ ਸੀ, ਗ੍ਰਹਿ ਮੰਤਰੀ ਨੇ, ਉਹਨਾਂ ਕਹਿਤਾ ਸੀ ਜਿੰਨਾ ਚਿਰ ਸਾਨੂੰ ਸ਼੍ਰੋਮਣੀ ਕਮੇਟੀ ਲਿਖ ਕੇ ਨਹੀਂ ਦਿੰਦੀ ਉਹਨਾਂ ਚਿਰ ਅਸੀਂ ਆਪਣੀ ਸਿਵਲ ਯੂਨੀਫਾਰਮ ਦੇ ਅੰਦਰ ਨਹੀਂ ਕਰ ਸਕਦੇ। ਉਹਨਾਂ ਸਾਬਤ ਕਰਤਾ ਵਾਕਿਆ ਜੀ ਵੈਟੀਕਨ ਸਿਟੀ ਦਾ ਜਿਹੜਾ ਉਹ ਸਟੇਟਸ ਮਿਲਿਆ ਜੀ। ਹੁਣ ਜਦੋਂ ਤੁਹਾਨੂੰ ਵੈਟੀਕਨ ਸਟੇਟਸ ਮਿਲਿਆ, ਤੁਹਾਡੇ ਕੋਲ ਬੰਦਾ ਹੈਗਾ, ਤੁਸੀਂ ਬਕਾਇਦਾ ਤੌਰ ਤੇ ਸਾਡੇ ਕੋਲੇ ਬੜੇ ਬੰਦੇ ਬੈਠੇ ਨੇ,
ਸਾਡੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਜਿਹੜੇ ਪੁਲਿਸ ਅਫਸਰ ਨੇ, ਬੜੇ ਬੈਠੇ ਨੇ, ਰਿਟਾਇਰ ਬੈਠੇ ਨੇ, ਜੀ ਜਿਨ੍ਹਾਂ ਦਾ ਤਜਰਬਾ ਵਾ ਕਿਸੇ ਨੂੰ ਪੁੱਛ ਪੜਤਾਲ ਕੀ ਵੀ ਹੈ। 2-4 ਬੰਦੇ ਉਹਨਾਂ ਨੂੰ ਫੋਨ ਕਰੋ, ਤੇਰੇ ਭੱਜੇ ਹੋਣਗੇ, ਦੱਸੋ ਜੀ ਕੀ ਸੇਵਾ ਕਰ। ਉਹਨਾਂ ਨੂੰ ਕਹੋ ਜੀ ਇਹ ਬੰਦੇ ਨੂੰ ਪੁੱਛ ਪੜਤਾਲ ਕਰੋ, ਇਹ ਕਿੱਥੋਂ ਆਇਆ, ਕੌਣ ਆ ਕੌਣ ਨਹੀਂ ਹੈ। ਜੀ ਕਿਸੇ ਨੂੰ ਨਹੀਂ ਪੁੱਛਿਆ। ਉਹ ਕਤੀੜ ਜਿਹੜੀ ਹੈਗੀ ਇਹਨਾਂ ਦੀ ਟਾਸਕ ਫੋਰਸ ਲਈ ਇਹਨਾਂ ਬੰਦਾ ਮਾਰਦਾ। ਦੱਸੋ। ਕਹਿੰਦੇ ਜੀ ਮੌਬ ਲਿੰਚਿੰਗ ਹੋਈ ਆ, ਕਿਉਂ ਪਤਾ ਸੀ ਪਰਚਾ ਹੋਣਾ ਜੇ ਕਿਤੇ ਪਾਰਟੀਕੂਲਰ ਬੰਦਿਆਂ ਦੀ ਗੱਲ ਹੈ ਜੀ। ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਸੀ ਜਿਹੜੀ ਆਪਣੀ ਟੈਨਿਓਰ ਦੇ ਵਿੱਚ ਪਹਿਲੀ ਵਾਰੀ ਪਰਚਾ ਕੀਤਾ ਸੀ ਪਿਛਲੇ 30-40 ਸਾਲ ਦੇ ਵਿੱਚ, ਜਦੋਂ ਇਹਨਾਂ ਬਕਾਇਦਾ ਤੌਰ ਤੇ 328 ਸਰੂਪਾਂ ਦਾ ਹਿਸਾਬ ਪੁੱਛਦੇ ਜਿਹੜੇ ਬੈਠੇ ਸੀ ਬਾਹਰ ਸ਼ਰਧਾਲੂ, ਉਹਨਾਂ ਦੀ ਕੁੱਟਮਾਰ ਕੀਤੀ ਜੀ। ਉਹਨੇ ਕ੍ਰਾਸ ਪਰਚਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ। ਇਹ ਬੜੇ ਪਿੱਟੇ ਸੀ, ਸਾਡੇ ਤੇ ਪਰਚਾ ਕੋ ਕਰਤਾ। ਉਹ ਕਹਿੰਦਾ ਕਰਦਾ, ਇਹ ਤੇ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਵੀ ਤੁਸੀਂ ਬਰਾਬਰ ਦੇ ਦੋਸ਼ੀ, ਪਰਚਾ ਕਰਤਾ, ਉਹ ਇੱਥੇ ਪਰਚਾ ਸਟੈਂਡ ਕਰਦਾ। ਹੁਣ ਇਹਨਾਂ ਨੇ ਪਰਚੇ ਤੋਂ ਡਰਦਿਆਂ ਕਹਿਤਾ ਜੀ ਵੇਖੋ ਜੀ ਮੌਬ ਲਿੰਚਿੰਗ ਹੋਈ ਜੀ। ਪ੍ਰੈਸ ਕਾਮ ਕਰਦੇ ਬਕਾਇਦਾ ਤੌਰ ਤੇ ਪ੍ਰਧਾਨ ਸਾਹਿਬ ਤੇ ਸਭ ਕੋ ਮੰਨ ਜਾਂਦੇ ਵੀ ਸਾਡੀ ਟਾਸਕ ਫੋਰਸ ਨੂੰ ਪਤਾ ਸੀ ਕਿ ਉਹ ਬੰਦਾ ਆਇਆ ਵਾ ਤੇ 4 ਵਾਰੀ ਬੰਦੇ ਨੂੰ ਮੋੜਿਆ ਗਿਆ। ਤੇ ਲੇਕਿਨ ਸਵਾਲ ਇਹ ਪੈਦਾ ਹੁੰਦਾ ਵਾ ਜੀ 4 ਵਾਰੀ ਮੋੜਨ ਤੋਂ ਬਾਅਦ ਵੀ ਜੇ ਉਹ ਕੰਮ ਕਰ ਗਿਆ ਤਾਂ ਇਦੋਂ ਮਾੜੀ ਗੱਲ ਤੁਹਾਡੀ ਤੁਹਾਡੀ ਸੁਰੱਖਿਆ ਕੀ। ਸਭ ਤੋਂ ਵੱਡੀ ਗੱਲ ਦਾਨੇ ਵਾਲੇ ਸਾਹਿਬ, ਇਹ ਪਹਿਲਾ ਦੀ, ਦੂਜਾ ਦੀ, ਤੀਸਰੀ ਘਟਨਾ ਜੀ ਅੰਦਰ ਦਰਬਾਰ ਸਾਹਿਬ ਚ। ਬਿਲਕੁਲ। ਜੇ ਤੀਜੀ ਘਟਨਾ ਤੇ ਕਿੱਥੇ ਤੁਹਾਡਾ ਪ੍ਰਸ਼ਾਸਨ, ਤੁਹਾਡੀ ਸਿਕਿਉਰਿਟੀ ਕਿੱਥੇ ਆ? ਕਿੱਥੇ ਬੈਠੇ ਹੋ ਤੁਸੀਂ ਫਿਰ ਜੀ? ਤੁਹਾਡੇ ਤੋਂ ਲਈ ਕਸਟੋਡੀਅਨ ਹੋ ਦਰਬਾਰ ਸਾਹਿਬ ਦੇ, ਜੇ ਤੁਸੀਂ ਉਹਦੀ ਸੁਰੱਖਿਆ ਦੀ ਕਸੇ ਛੱਡ ਕੇ ਕਰਨ ਚਲੇ ਜਾਓ, ਕਿਉਂ ਬੈਠੇ ਹੋ ਤੁਸੀਂ? ਜਿਹੜਾ ਪ੍ਰਧਾਨ ਹੈ, ਮੈਂ ਸੋਚਿਆ ਸੀ ਐਡਵੋਕੇਟ ਬੰਦਾ ਬੜਾ ਸਿਆਣਾ ਹੋਊਗਾ, ਲੇਕਿਨ ਮੈਨੂੰ ਵੇਖਣ ਨੂੰ ਕੱਲ ਵੇਖਿਆ ਮਾਂ ਨਲਾਇਕ ਬੰਦਾ ਲੱਗਾ ਜੀ। ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਪ੍ਰਧਾਨ ਸਾਹਿਬ ਮੈਨੂੰ ਇਹ ਵੈਟੀਕਨ ਨੇ ਗੱਲ ਕਿਉਂ ਕੀਤੀ? ਉਹਨੂੰ ਮੈਂ ਜੀ ਵੀ ਤੁਸੀਂ ਕਿਉਂ ਨਹੀਂ ਪੁੱਛ ਪੜਤਾਲ ਕਰਾਈ ਹੈ ਜੀ? ਉਹ ਮੈਨੂੰ ਕਹਿੰਦਾ ਤੂੰ ਚਾਹੁੰਦਾ ਵੀ ਜੋ ਠੀਕ ਹੋਇਆ ਉੱਥੇ ਜੀ। ਉਹ ਮੈਂ ਕਿਹਾ ਜੀ ਮੈਂ ਠੀਕ ਦੀ ਗੱਲ ਕੀਤੀ, ਤੁਸੀਂ ਜੋ ਐਕਸ਼ਨ ਕੀਤਾ ਠੀਕ ਕੀਤਾ, ਮੈਂ ਕੋਈ ਤਕੀਤੂ ਨਹੀਂ ਕਰਦਾ। ਮੇਰਾ ਤੇ ਸਵਾਲ ਇਹ ਆ ਵੀ ਜੇ ਕਿਤੇ ਤੁਸੀਂ ਉਹਦੀ ਜਿਹੜੇ ਮਾਹਿਰ ਬੰਦਿਆਂ ਕੋਲ ਪੁੱਛ ਪੜਤਾਲ ਕਰੋਗੇ ਤਾਂ ਉਹਦਾ ਪਤਾ ਲੱਗਦਾ ਵੀ ਇਹ ਕਿੱਥੋਂ ਹੈ। ਸਾਰੇ ਮੰਗ ਇਹੀ ਕਰ ਰਹੇ, ਬੁੱਧੀਜੀਵੀ ਤੇ ਸਾਰੇ ਇਹੀ ਮੰਗ ਕਰ ਰਹੇ ਨੇ, ਇਹੀ ਮੰਗ ਕਰ ਰਹੇ ਆ। ਉਹ ਸਗੋਂ ਸੈਂਟਰ ਕਰ ਰਿਹਾ ਉਹਨਾਂ ਨੂੰ, ਪ੍ਰਧਾਨ ਸਗੋਂ ਸੈਂਟਰ ਕਰ ਰਿਹਾ ਵਾ। ਅੱਛਾ, ਐਡੀ ਨਲਾਇਕੀ ਵੇਖੋ ਕਿੰਨੀ ਤਕੜੀ ਆ। ਹੁਣ ਅਗਲੀ ਗੱਲ ਮੈਂ ਤੁਹਾਨੂੰ ਦੱਸਦਾ ਜੀ, ਮੇਰੀ ਇਹ ਗੱਲ ਯਾਦ ਰੱਖ ਲਓ, ਜੇ ਕਿਤੇ ਇਹਨਾਂ ਪੂਰੇ ਸੁਰੱਖਿਆ ਦੇ ਪ੍ਰਬੰਧ ਨਾ ਕੀਤੇ ਤੇ ਇਸ ਤੋਂ ਵੱਡੀ ਘਟਨਾ ਹੋ ਸਕਦੀ ਹੈ। ਅੱਜ ਦੇਖੋ ਉੱਥੇ ਕੀ ਕਹਿੰਦੇ ਆ ਲੁਧਿਆਣੇ ਦੇ ਵਿੱਚ ਜਿਹੜਾ ਬਕਾਇਦਾ ਤੌਰ ਤੇ ਜਿਹੜੇ ਉਹ ਹੈਗੇ ਸੀ ਧਾਰਮਿਕ, ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਸੀ ਪਾੜ ਕੇ ਸੁੱਟੇ ਨੇ ਉਹਦੇ ਅੱਗੇ ਕਮਿਸ਼ਨ ਦੇ ਬਾਹਰਲੇ ਪਾਸੇ ਜੀ। ਹੁਣ ਸਮਝੋ ਤੁਸੀਂ ਵੀ ਇਹ ਕਰ ਕੀ ਰਹੇ ਆ? ਇਹ ਤਾਂ ਤੁਸੀਂ ਕਰਤਾ, ਜਿਹੜਾ ਬੰਦਾ ਕਪੂਰਥਲੇ ਮਰਿਆ ਉਹ ਬੰਦਾ ਨਜਾਇਜ਼ ਮਾਰਿਆ ਜੀ। ਉਹ ਬੰਦਾ ਚੋਰ ਸੀਗਾ ਬੇਸਿਕਲੀ। ਉਹਨੇ ਆ ਕੇ ਰਸੋਈ ਚੋਂ ਚਾਹ ਬਣਾ ਕੇ ਰੋਟੀ ਵੀ ਖਾਧੀ ਹੈ, ਚਾਹ ਵੀ ਪੀਤੀ ਆ। ਜਿਹੜੀ ਉਹ ਗੱਲ ਕਰਦੇ ਆ ਨਾ ਵੀ ਨਿਸ਼ਾਨ ਸਾਹਿਬ ਦੀ, ਉਹ ਮੈਨੂੰ ਲੱਗਦਾ ਕੋਈ ਗੱਲ ਹੈ ਨਹੀਂ, ਕਿਉਂਕਿ SSP ਨੇ ਵੀ ਕਹਿ ਦਿੱਤਾ ਉੱਥੋਂ ਦੇ ਜੀ। SSP ਨੇ ਵੀ ਕਹਿ ਦਿੱਤਾ ਤੇ 2 ਪਰਚੇ ਵੀ ਦਰਜ ਕਰ ਦਿੱਤੇ। ਇੱਕ 295 ਤੇ ਕਰਤਾ ਤੇ ਜਿਹਨਾਂ ਮਾਰਿਆ ਉਹਨਾਂ ਦੀ ਪਰਚਾ ਕਰਤਾ 306 ਦਾ ਜੀ। ਹੁਣੇ ਭੱਜੇ ਫਿਰਦੇ ਉਹਨਾਂ ਨੇ ਕਰਤਾ ਪਰਚਾ ਕੀਤਾ ਜੀ ਮੌਬ ਲਿੰਚਿੰਗ। ਭਾਈ ਮੌਬ ਲਿੰਚਿੰਗ ਪਹਿਲਾਂ ਮੁਸਲਮਾਨਾਂ ਤੇ ਜਦੋਂ ਕਰਦੇ ਸੀ ਕੁਝ ਸਾਡੀਆਂ ਜਿਹੜੀ ਹਿੰਦੂ ਜਥੇਬੰਦੀਆਂ ਤੇ ਅਸੀਂ ਰੌਲਾ ਪਾਉਂਦੇ ਸੀ, ਗਲਤ ਕਰ ਰਹੇ ਹੋ ਤੁਸੀਂ, ਬਿਲਕੁਲ ਪਾਉਂਦੇ ਸੀ। ਅੱਜ ਉਹ ਸਾਬਤ ਕਰ ਦਿੱਤਾ ਹੁੰਦਾ ਵੀ ਨਹੀਂ ਤੁਸੀਂ ਵੀ ਮੌਬ ਲਿੰਚਿੰਗ ਸ਼ਾਮਲ। ਉਹ ਬੰਦਾ ਤੁਸੀਂ ਨਜਾਇਜ਼ ਮਾਰਤਾ। ਇੱਕ ਸੁਲਤਾਨਵਿੰਡ ਦੇ ਵਿੱਚ ਜਿਹੜਾ ਪਾਗਲ ਸੀ, ਉਹ ਬੇਸਿਕਲੀ ਪਾਗਲ ਸੀ, ਉਹਨੂੰ ਕਹਿਤਾ ਜੀ ਇਹ ਇੱਥੇ ਆਇਆ ਜੀ ਬੇਇੱਜ਼ਤੀ ਕਰਨ ਵਾਸਤੇ ਆਇਆ ਗੁਰਦੁਆਰੇ ਜੀ। ਉਹਦੀ ਕੁੱਟਮਾਰ ਕੀਤੀ, ਉਹਨੂੰ ਧਮੋਇਆ ਕਰਕੇ ਛੁੱਟਤਾ ਜੀ। ਉਹ ਪੁਲਿਸ ਨੇ ਚੁੱਕਿਆ ਤੇ ਪੁਲਿਸ ਦਾ ਇਲਾਜ ਕਰਾ ਰਹੀ, ਸ਼ਾਇਦ ਉਹਦੇ ਪਿੰਗਲੋਂ ਹੀ ਛੱਡ ਆਏ ਹੋਣੇ ਨਹੀਂ। ਤੇ ਜਿਹੜਾ ਗੁਰਦਾਸਪੁਰ ਦੇ ਪਿੰਡ ਦੇ ਵਿੱਚ ਰਾਤ ਨੂੰ ਇੱਕ ਫੌਜੀ ਵਿਚਾਰਾ ਆਇਆ ਸੀ ਛੁੱਟੀ, ਹਾਂਜੀ ਬਿਲਕੁਲ ਉਹਨੂੰ ਮਾਰਿਆ ਸੀ ਇਹਨਾਂ ਨੇ। ਉਹ ਕਿੱਥੇ ਇਹਨਾਂ ਦੀ ਗੱਲ ਕਰੀਏ ਇਹਨਾਂ ਦੀ SGPC ਵਾਲਿਆਂ ਦੀ, ਵੇਖੋ ਜਾਇਦਾਦ ਦੀ ਖਾਤਰ ਖੰਨਾ ਚਮਾਰਾਂ ਦੇ ਵਿੱਚ 2 ਭਰਾ ਸ਼੍ਰੋਮਣੀ ਕਮੇਟੀ ਦੇ 2 ਕਿ 3 ਕਿੱਲੇ ਹੁੰਦੇ ਸੀ ਤੇ ਬਕਾਇਦਾ ਤੌਰ ਤੇ ਇਹਨਾਂ ਨੂੰ ਉਹਦਾ ਠੇਕਾ ਦਿੰਦੇ ਸੀ ਜੀ। ਇਹਨਾਂ ਛਡਾਉਣ ਦੀ ਖਾਤਰ ਉੱਥੇ ਗਏ ਤੇ ਦੋਵਾਂ ਭਰਾਵਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਦੱਸੋ, ਅਕਾਲੀ ਸਰਕਾਰ ਸੀ, 17 ਬੰਦਿਆਂ ਤੇ ਪਰਚਾ ਦਰਜ ਹੋਇਆ ਤੇ ਮੁੜ ਕੇ ਇਹਨਾਂ ਬੰਦੇ ਵਿੱਚ ਕਰਕੇ ਕਢਾਏ 3 ਕਿ 4 ਬੰਦਿਆਂ ਪਰਚਾ ਰਹਿ ਗਿਆ। ਉਹ ਬੰਦੇ ਜੇਲ੍ਹਾਂ ਚ ਰੁਲ ਰਹੇ ਜੀ, ਕੋਈ ਪੁੱਛਣ ਵਾਲਾ ਨਹੀਂ ਉਹਨਾਂ ਨੂੰ ਹੋਗਾ।
ਇਸ ਕਰਕੇ ਉੱਥੋਂ ਦੀ ਹਾਲਤ ਕਾਫੀ ਮਾੜੀ ਆ ਤੇ ਸਾਨੂੰ ਇਸ ਗੱਲ ਦਾ ਖਤਰਾ ਵਾ। ਅਸੀਂ ਇਸ ਗੱਲ ਤੋਂ ਬੜੇ ਚਿੰਤਤ ਆ ਵੀ ਜੇ ਇਹਨਾਂ ਨੇ ਇਹ ਗੱਲ ਕਰਕੇ ਬੰਦਾ ਮਾਰ ਕੇ ਸਾਰੇ ਪ੍ਰੂਫ ਮਿਟਾ ਦਿੱਤੇ ਆ ਜੀ, ਜੇ ਉਹਦਾ ਕੋਈ ਪਤਾ ਨਾ ਲੱਗਾ, ਕਿਉਂ ਪੁਲਿਸ ਕਮਿਸ਼ਨਰ ਨੇ ਕਿਹਾ ਸੀ ਵੀ ਅਸੀਂ ਇੱਕ ਸਿੱਟ ਬਣਾਤੀ ਵੀ 2 ਦਿਨਾਂ ਚ ਰਿਪੋਰਟ ਦੇ। 2 ਦਿਨ ਬੀਤ ਗਏ ਆ। ਪੁਲਿਸ ਕਮਿਸ਼ਨਰ ਕਹਿੰਦਾ ਸਾਡੇ ਕੋਲ ਅਜੇ ਤੱਕ ਕੋਈ ਵੀ ਕਿਤੋਂ ਪਤਾ ਲੱਗ ਨਹੀਂ ਰਿਹਾ ਕਿੱਥੇ ਆ ਕਿੱਥੇ ਨਹੀਂ ਹੈ, ਕੌਣ ਹੈ ਕੌਣ ਨਹੀਂ ਹੈ, ਕਿਸੇ ਨੇ ਕੋਈ ਦਾਵਾ ਨਹੀਂ ਕੀਤਾ ਜੀ। ਇੱਕ ਲੜਕੀ ਨੇ, ਲੇਡੀ ਨੇ ਕੀਤਾ ਸੀਗਾ ਕਿ ਆਹ ਮੇਰੇ ਭਰਾ ਜੀ ਆ ਫਲਾਣਾ। ਉਹਨਾਂ ਨੇ ਦੋਵੇਂ ਫੋਟੋਆਂ ਵਿਖਾਈਆਂ ਉਹਨੂੰ ਵੀ ਆਹ ਤੇਰੇ ਭਰਾ ਹੈਗੇ ਆ। ਉਹ ਕਹਿੰਦੀ ਦੋਵਾਂ ਚ ਮੇਰਾ ਭਰਾ ਕੋਈ ਨਹੀਂ ਹੈਗਾ, ਲੇਕਿਨ ਸ਼ਕਲ ਮਿਲਦੀ ਉਹਨਾਂ ਨੂੰ, ਸ਼ਕਲ ਮਿਲਦੀ ਹੈ ਜੀ। ਉਹਨੇ ਫਿਰ ਅੱਜ ਕਿਹਾ ਜੀ ਮੇਰਾ ਭਰਾ ਸਹੀ ਸਲਾਮਤ ਘਰ ਹੈਗਾ, ਮੇਰੇ ਭਰਾ ਦਾ ਕੋਈ ਸੰਬੰਧ ਨਹੀਂ ਹੁੰਦਾ। ਇਸ ਕਰਕੇ ਉਹ ਬੰਦੇ ਕਿੱਥੋਂ ਆਏ, ਕੌਣ ਆਏ, ਪਾਕਿਸਤਾਨ ਦੇ ਬੰਦੇ ਵੀ ਹੋ ਸਕਦੇ, ਚੱਲ ਕਿਸੇ ਫੋਰਨ ਦੀ ਵੀ ਹੋ ਸਕਦੀ ਹੈ, ਕਿਸੇ ਦੀ ਵੀ ਹੋ ਸਕਦੀ ਹੈ। ਤੁਹਾਨੂੰ ਪਤਾ ਹੀ ਹੈ ਜੇ ਦਵਾਲ ਉੱਥੇ ਇੱਕ ਰਿਕਸ਼ਾ ਚਾਲਕ ਬਣ ਕੇ ਉੱਥੇ ਰਹਿ ਸਕਦਾ ਇੰਨੀ ਦੇਰ, ਤੇ ਉੱਥੋਂ ਜਿਹੜੇ ਟ੍ਰੇਨਿੰਗ ਦੇ ਕੇ ਚੱਲ ਕੇ ਆਏ ਤੇ ਉਹਨਾਂ ਦਾ ਕੀ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ। ਹੁਣ ਜਿਹੜੀ ਪਹਿਲੀ ਘਟਨਾ ਵਾਪਰੀ ਸੀ ਜੀ, ਪਹਿਲੀ ਘਟਨਾ ਤੋਂ ਮੁੰਡਾ ਸਾਡਾ ਹੀ ਸੀਗਾ, ਲੇਕਿਨ ਜੇ ਉਹ ਵੀ ਅੰਦਰ ਜਾ ਕੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ। ਇਹ 20 ਸਾਲ ਪੁਰਾਣੀ ਗੱਲ ਕਰਦਾ ਮੈਂ ਜੀ। ਇੱਕ ਮੁੰਡਾ ਸੀ ਪਰਿਕਰਮਾ ਦੀ ਬਕਾਇਦਾ ਤੌਰ ਤੇ ਸਾਡੇ ਨਾਲ ਸੇਵਾ ਕਰਦਾ ਸੀ 2:30 ਵਜੇ। ਮੁੜ ਕੇ ਉਹ ਚੰਡੀ ਦਾ ਪਾਠ ਕਰਦਾ ਸੀ ਜੀ। ਚੰਡੀ ਦਾ ਪਾਠ ਕਰਦਾ ਕਈ ਦਿਨ ਕਰਦਾ ਰਿਹਾ, ਲਗਾਤਾਰ ਕਰਦਾ। ਇੱਕ ਦਿਨ ਉਹਦੇ ਮਨ ਚ ਪਤਾ ਨਹੀਂ ਕੀ ਹੈ ਕੀ ਨਹੀਂ ਆਇਆ ਜੀ, ਉਹਨੇ ਆਪਣਾ ਗਾਤਰਾ ਇੱਕ ਲੰਮਾ ਬੜਾ ਪਾਇਆ ਸੀ, ਉਹ ਕੱਢਿਆ ਤੇ ਉਹਨੇ ਸ਼ੂਟ ਵੱਡੀ। 3 ਵਜੇ ਦਾ ਟਾਈਮ ਸੀ ਰਾਤ ਦਾ ਜੀ। ਇੱਥੋਂ ਸ਼ੂਟ ਵੱਡੀ ਆਪਣੇ ਦਕਸ਼ਿਣ ਦਿਓੜੀ ਤੋਂ ਭੱਜਾ, ਉਹ ਕਿਰਪਾਨ ਹੱਥ ਫੜ ਕੇ। ਅੱਛਾ ਜੀ। ਸ਼ੂਟ ਵੱਡੀ ਪੂਰੀ ਦਰਬਾਰ ਵੱਲ ਨੂੰ। ਅਗਲੇ ਪਾਸੇ ਮੈਂ ਤੇ ਮੇਰੇ ਨਾਲ ਇੱਕ ਮੁੰਡਾ ਹੋਰ ਸੀ, ਆਉਂਦੇ ਸੀ, ਚੁੱਪ ਕਰ ਕਹਿੰਦਾ ਜੀ ਫੜੋ 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 ਕਿਰਪਾਨ ਮਾਰੂਗਾ। ਅਸੀਂ ਉੱਥੇ ਹੀ ਭੱਜੇ, ਉਹਦੇ ਪਿੱਛੇ ਤੇ ਜਾ ਕੇ ਉਹਨੂੰ ਢਾ ਲਿਆ। ਉਹਦੇ ਅੰਦਰ ਜਦੋਂ ਐਂਟਰ ਕੀਤਾ ਦਰਵਾਜ਼ੇ ਦੇ ਅੰਦਰ ਜੀ, ਉਦੋਂ ਸਪੀਡ ਘੱਟ ਹੋਣੀ ਸੀ, ਅਸੀਂ ਪਹੁੰਚ ਗਏ, ਉਹਨੂੰ ਫੜ ਲਿਆ ਉੱਥੇ ਜੀ। ਉਹਨੂੰ ਡਰਨੇ ਵਾਲੀ ਸੋ 4 ਬੰਦੇ ਚੁੱਕ ਕੇ ਬਾਹਰ ਲੈ ਤੇ 2 ਬੰਦਿਆਂ ਨੇ ਉਹਦੇ ਹੱਥ 'ਚ ਬੜੀ ਮੁਸ਼ਕਲ ਨਾਲ ਕਿਰਪਾਨ ਛਡਾਈ। ਅੱਛਾ। ਇਹ ਘਟਨਾ ਪਹਿਲੀ ਵਾਪਰੀ ਹੈ। ਦੂਜੀ ਘਟਨਾ ਵਾਪਰੀ, ਉਹ ਵੀ ਬੰਦਾ ਸੇਵਾ ਕਰਦਾ ਸੀ। ਅੱਛਾ ਜੀ। ਸੇਵਾ ਕਰਦਾ ਸੀ। ਇੱਕ ਦਿਨ ਉਹਦੇ ਮਨ ਚ ਕੀ ਹੈ ਸਾਨੂੰ ਨਹੀਂ ਪਤਾ, 3 ਵਜੇ ਜੰਗਲਾ ਟੱਪਿਆ, ਟੱਪ ਕੇ ਜਾ ਕੇ ਉਹ ਪੀੜਾ ਸਭ ਤੇ ਬਹਿ ਗਿਆ। 4 ਵਜੇ ਪਾਲਕੀ ਸੇ ਪੋਣੀ ਚ ਪੀੜਾ ਸਭ ਤੇ ਜਦੋਂ ਬਹਿ ਗਿਆ ਤੇ ਫਿਰ ਸਾਡੀ ਭਾਜੀ ਬਣੀ ਗਈ ਵੀ ਗੱਲ ਕੀ। ਉਹਨੂੰ ਬੰਦੇ ਤੋਂ ਜਾਣਦਾ, ਉਹਨੂੰ ਪੁੱਛਿਆ ਪੜਤਾਲ ਵੀ ਕੀਤੀ ਵੀ ਤੂੰ ਕੌਣ ਹੈ, ਤੇ ਬਾਅਦ ਦੇ ਵਿੱਚ ਜਿਹੜਾ ਸੀ ਪੁਲਿਸ ਨੂੰ ਵੀ ਦੇ ਦਿੱਤਾ। ਉਹਦੇ ਘਰ ਦੇ ਆ ਗਏ ਜੀ, ਆਹ ਵੇਖੋ ਜੀ ਦਵਾਈਆਂ ਇਹਦੀਆਂ, ਆਹ ਫੈਕਟਰੀ ਆ ਵੇਖ ਲਓ, ਪਰਚੀਆਂ ਵੇਖ ਲਓ, ਨਵੀਆਂ ਨਹੀਂ ਬਣੀਆਂ ਸੀ, ਪੁਰਾਣੀਆਂ ਵੇਖ ਲਓ ਤੁਸੀਂ। ਇਹ ਮੈਂਟਲੀ ਅਪਸੈਟ ਆ। ਚਲੋ ਉਹ ਗੱਲ ਆਈ ਗਈ ਹੋ ਗਈ, ਕੋਈ ਗੱਲ ਨਹੀਂ। ਲੇਕਿਨ ਉਹ ਘਟਨਾ ਵਾਪਰਨ ਤੋਂ ਬਾਅਦ ਵੀ ਇਹਨਾਂ ਕੀਤਾ, 2 ਸੇਵਾਦਾਰ ਮਗਰਲੇ ਪਾਸੇ ਲਾਤੇ ਜਿੱਥੇ ਸਿੰਘ ਸਾਹਿਬ ਬੈਠੇ ਹੁੰਦੇ, ਗ੍ਰੰਥੀ ਸਾਹਿਬ ਬੈਠੇ ਹੁੰਦੇ ਆ, 2 ਅਗਲੇ ਪਾਸੇ ਲਾਤੇ ਜੇ 2 ਸੰਗਤਾਂ ਮੱਥਾ ਟੇਕਦੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿੱਥੋਂ ਉਹ ਬੰਦਾ ਟੱਪਿਆ ਉੱਥੇ ਬਕਾਇਦਾ ਤੌਰ ਤੇ 3 ਸੇਵਾਦਾਰ ਖੜੇ ਹੁੰਦੇ, ਉਹ ਕਿੱਥੇ ਸੀ ਉਸ ਟਾਈਮ ਦੇ ਉੱਤੇ? ਉਹਦੇ ਬਾਰੇ ਦੱਸਿਆ ਨਹੀਂ ਤਾਂ ਕਿੱਥੇ ਨੇ ਕਿੱਥੇ ਨਹੀਂ ਹੈਗੇ। ਇੱਕ ਤੇ ਬਕਾਇਦਾ ਉੱਥੇ ਪੱਕਾ ਤੌਰ ਤੇ ਖੜਾ ਕੀਤਾ ਹੁੰਦਾ ਵੀ ਭਾਈ ਤੂੰ ਖਿਆਲ ਰੱਖਣਾ, ਤੂੰ ਟੱਪ ਨਾ ਜਾਵੇ। ਉਹ ਟੱਪਿਆ ਵੀ, ਛਾਲ ਵੀ ਮਾਰੀ। ਉਹ ਤੇ ਬਲਦੀਪ ਸੋਰੀ ਜਿਹੜੇ ਬੈਠੇ ਸੀ ਗ੍ਰੰਥੀ ਰਹਿ ਰਿਹਾ ਸੀ, ਪਾਠ ਕਰਦੇ ਸੀ, ਉਹਨਾਂ ਫਟਾਫਟ ਜਿਹੜਾ ਲਾਗੇ ਬੈਠਾ ਸੀ ਆਪਣਾ ਸੇਵਾਦਾਰ, ਉਹਨੂੰ ਉਹਦੇ ਗੋਡੇ ਤੇ ਹੱਥ ਮਾਰਿਆ ਵੀ ਤੂੰ ਬਾਹਰ ਵੇਖੀ ਬਣ ਡਿਆ। ਉਹ ਫਟਾਫਟ ਉੱਠਿਆ, ਫੜ ਲਿਆ ਤੇ ਚੌਂ ਜਾਣੇ ਨੂੰ। ਤੇ ਜੇ ਉਹ ਨਾ ਫੜਦੇ, ਜਿੱਦਾਂ ਉਹਨੇ ਕਿਰਪਾਨ ਫੜ ਲਈ ਸੀ, ਜੇ ਕੋਈ ਘਟਨਾ ਵਾਪਰ ਸਕਦੀ ਸੀ ਉੱਥੇ। ਇਸ ਕਰਕੇ ਦਾਦੇ ਵਾਲੀਆ ਸਾਹਿਬ ਉੱਥੇ ਬਹੁਤ ਕੁਛ ਆ, ਇਹਨਾਂ ਦਾ ਧਿਆਨ ਬਿਲਕੁਲ ਨਹੀਂ ਹੈਗਾ। ਤਨਖਾਹਾਂ ਲੱਖ ਲੱਖ ਰੁਪਇਆ ਲੈਣ ਡੇ ਆ, ਤੇ ਮੈਂ ਹੁਣ ਗਾਂ ਇਹਦੇ ਵੱਧ ਕੀ ਕਹੀ ਆਪਾਂ ਇਹਨਾਂ ਨੂੰ ਜੀ। ਮੈਂ ਕਿਹਾ ਇਹਨਾਂ ਦਾ ਧਿਆਨ ਹੀ ਹੋਰ ਪਾਸੇ ਆ ਜੇਕਰ ਗੱਲ ਕਰੀਏ ਤਾਂ। ਬਿਲਕੁਲ ਬਿਲਕੁਲ, ਬੜੀਆਂ ਘਟਨਾਵਾਂ ਵਾਪਰਦੀਆਂ, ਦੁੱਖ ਹੁੰਦਾ ਜਾ ਕੇ। ਇੱਕ ਤਾਂ ਇਹ ਆ ਵੀ ਆਪਦੇ ਜਿਹੜੇ ਪੈਰੋਕਾਰ ਉਤਲੇ ਹੈਗੇ ਨੇ, ਸਰਪ੍ਰਸਤ ਨੇ, ਉਹਨਾਂ ਨੂੰ ਖੁਸ਼ ਕਿਵੇਂ ਰੱਖਣਾ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਹੈ ਬਸ, ਬਾਕੀ ਗੁਰੂ ਦੀ ਗੋਲਕ ਨੂੰ ਕਿਵੇਂ ਮਾਂਜਾ ਛੇਤੀ ਲਾਉਣਾ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਜਿਹੜੀ ਗੱਲ ਤੁਸੀਂ ਠੀਕ ਹੈ। ਤੇ ਆਪਾਂ ਲੁਧਿਆਣੇ ਦੀ ਗੱਲ ਕੀਤੀ ਸੀ, ਉੱਥੇ ਮਾਹੌਲ ਕਿਵੇਂ ਹੈ ਜੀ ਹੁਣ? ਕੁਛ ਅਪਡੇਟ? ਨਹੀਂ, ਮਾਹੌਲ ਤੇ ਠੀਕ ਹੀ ਆ। ਉੱਥੇ ਜਿਹੜੇ ਸ਼ਿਵ ਸੈਨਾ ਵਾਲੇ ਸੀ, ਰਾਜੀਵ ਟੰਡਨ ਆਏ ਸੀਗੇ, ਨਾਲ ਉਹਨਾਂ ਦੇ 2 ਸਾਥੀ ਹੋਰ ਸੀ, ਅਮਿਤ ਅਰੋੜਾ ਸੀਗਾ, ਰਾਜੀਵ ਅਰੋੜਾ ਸੀਗਾ। ਉਹਨਾਂ ਦੇ ਪ੍ਰਸ਼ਾਸਨ ਨੂੰ ਟਾਈਮ ਦਿੱਤਾ, ਭਾਈ ਇਮੀਡੀਏਟਲੀ ਬਿਨਾਂ ਕਿਸੇ ਦੇਰੀ ਤੋਂ ਇਹ ਦੋਸ਼ੀ ਦੀ ਤਪਾਸ਼ ਕਰੋ, ਨਹੀਂ ਤੇ ਫਿਰ ਇਹ ਆਪਣੀ ਕਾਰਵਾਈ ਕਰਾਂਗੇ ਜੀ। ਨਾ ਤੇ ਠੀਕ ਹੀ ਹੈ, ਕੋਈ ਗੱਲ ਨਹੀਂ, ਪ੍ਰੋਬਲਮ ਇੱਥੇ ਏਡੀ ਨਹੀਂ ਆਈ ਉੱਥੇ। ਇੱਕ ਪੁਲਿਸ ਦੀ ਜਿਹੜੀ ਉੱਥੇ ACP ਉਹਨੇ ਕਹਿ ਦਿੱਤਾ ਜੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਜਲਦੀ ਤੋਂ ਜਲਦੀ ਜਿਹੜੀ ਸੀ ਅਸੀਂ ਦੋਸ਼ੀਆਂ ਤੱਕ ਪਹੁੰਚ ਜਾਵਾਂਗੇ ਜੀ। ਅਸੀਂ CCTV ਕੈਮਰੇ ਘੁਮਾੜ ਰਹੇ ਹਾਂ, ਸਭ ਕੁਛ ਖੰਗਾਲ ਕਰ ਰਹੇ ਹਾਂ,
ਉਮੀਦ ਹੈ ਕਿ ਅਸੀਂ ਤੁਹਾਨੂੰ ਇੱਕ ਦੇ ਦਿਨ 'ਚ ਰਿਪੋਰਟ ਦੇ ਦਿਆਂਗੇ। ਚਲੋ ਚੰਗੀ ਗੱਲ ਹੈ ਜੀ। ਜੇ ਉਹ ਮਸਲਾ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਅੱਗ ਲਾਉਣ ਦੀਆਂ ਸਾਜ਼ਿਸ਼ਾਂ ਨੇ ਉਹ ਬੇਨਕਾਬ ਹੋ ਜਾਣ, ਕਿਸੇ ਵੀ ਤਰੀਕੇ ਹੋ ਜਾਣ, ਤਾਂ ਚੰਗੀ ਗੱਲ ਹੈ ਜੀ। ਤੇ ਹੁਣ ਆਪਾਂ ਗੱਲ ਕਰੀਏ ਤਾਂ ਜਿਹੜਾ ਪੁਲਿਸ ਨੇ ਜਿਹੜੇ ਮਾਰੇ ਗਏ ਨੇ ਇਹ, ਉਹਨਾਂ ਦੀ ਜਾਣਕਾਰੀ ਨਹੀਂ ਮਿਲੀ ਤੇ ਪੁਲਿਸ ਉਹਦੇ ਉੱਤੇ ਕੀ ਕਰ ਰਹੀ ਹੈ? ਕਿਹੜੀ ਜੀ ਗੱਲ? ਆਹੀ ਜਿਹੜੇ ਹਾਲ 'ਚ ਦੋਸ਼ੀ ਜਿਹੜੇ ਦੋਨੇ ਕਪੂਰਥਲੇ ਵਾਲੇ ਤੇ ਮਾਰੇ ਗਏ, ਇਹਨਾਂ ਦੀ ਕੋਈ ਜਾਣ ਪਛਾਣ? ਪੁਲਿਸ ਕੀ ਕਰ ਰਹੀ ਹੈ? ਹਾਂ ਜਿਹੜੀ ਪੁਲਿਸ ਕਪੂਰਥਲੇ ਵਾਲੀ, ਉਹਦੇ 2 ਮੁਕੱਦਮੇ ਦਰਜ ਕਰ ਲਏ। ਜਦੋਂ ਰੌਲਾ ਲੋਕਾਂ ਨੇ ਪਾਇਆ, ਮੁੜ ਕੇ ਦੂਸਰੇ ਮੁਕੱਦਮੇ ਕਹਿੰਦਾ ਕਹਿੰਦੇ ਅਸੀਂ ਪੜਤਾਲ ਕਰ ਰਹੇ ਜੀ, ਇੱਕ ਸਿੱਟ ਬਣਾ ਦਿੰਦੇ ਅਸੀਂ। ਲੇਕਿਨ ਉਮੀਦ ਆ ਵੀ ਉਹ ਮੇਖਾ ਗ੍ਰੰਥੀ ਦੇ ਉੱਤੇ ਤੇ 3 ਬੰਦੇ ਤੇ ਪਰਚਾ ਹੋ ਜਾਣਾ ਜੀ। ਜਿਹੜੀ ਇੱਥੋਂ ਦੀ ਗੱਲ, ਇੱਥੋਂ ਦੀ ਬਕਾਇਦਾ ਤੌਰ ਤੇ ਪੁਲਿਸ ਨੇ ਕੱਲ ਅਖਬਾਰਾਂ ਵਿੱਚ ਉਹਦੀ ਫੋਟੋ ਵੀ ਦਿੱਤੀ ਹੈ ਤੇ ਬਕਾਇਦਾ ਤੌਰ ਤੇ ਦੱਸਿਆ ਵੀ ਆ ਵੀ ਇਹ ਬੰਦਾ ਉਹ ਆ ਜਿਹਨੇ ਬਕਾਇਦਾ ਤੌਰ ਤੇ ਉੱਥੇ ਬੇਅਦਬੀ ਕੀਤੀ। ਜਿਹਨੂੰ ਇਹਦੀ ਕੋਈ ਜਾਣਕਾਰੀ ਮਿਲਦੀ ਹੈ ਉਹ ਸਾਨੂੰ ਜਾਣਕਾਰੀ ਜੀ। 1 ਰਾਤ ਪਹਿਲਾਂ ਉਹ ਲੱਕੀ ਹੋਟਲ ਆ ਜੀ ਦਰਬਾਰ ਸਾਹਿਬ ਦੇ ਬਾਹਰ, ਅੱਛਾ ਜੀ, ਉਹਦੇ ਬਾਹਰ ਉਹਨੇ ਇੱਕ ਖੇਤ ਜਿਹਾ ਕਿ ਲੋਈ ਜੀ ਦੀ ਬੁੱਕਲ ਮਾਰੀ ਆ। ਸੀਸੀਟੀਵੀ ਕੈਮਰੇ ਦੂਰੋਂ ਜਿਹੜਾ ਕੈਚ ਕੀਤਾ ਹੋਗਾ ਜੀ। ਮੁੜ ਕੇ ਉਹ ਇੱਕਦਮ ਆਪਣੇ ਤੋਂ ਲੋਈ ਲਾਉਂਦਾ, ਖੇਸ ਲਾਉਂਦਾ ਤੇ ਉਹਨੂੰ ਜੋੜਦਾ ਜੀ। ਉਹਦੇ ਕੋਈ ਪਿੱਲਰ ਦੇ ਪਿੱਛੇ ਇੱਕ ਜਿਹੜਾ ਵਾ ਨੀਲੇ ਚੋਲੇ ਵਾਲਾ ਬੰਦਾ, ਕਿਹੜਾ ਗੱਲ ਕਰਦਾ ਇਹ ਨਹੀਂ ਪਤਾ ਲੱਗਣ ਡਿਆ। ਉਹ ਬੰਦਾ ਕੌਣ ਆ? ਉਹ ਬੰਦਾ ਪਤਾ ਲੱਗ ਜਾਏ ਫਿਰ ਵੀ ਗੱਲ ਚੱਲ ਪੈਂਦੀ ਆ ਜੀ। ਉਹ ਮੈਂ ਤੇ ਵੇਖੀ ਨਹੀਂ ਵੀਡੀਓ ਚੰਗੀ ਤਰ੍ਹਾਂ, ਮੈਨੂੰ ਕਿਸੇ ਦੱਸਿਆ ਸੀ ਵੀ ਉਹ ਬੰਦਾ ਉਦੋਂ ਉਸ ਟਾਈਮ ਦੇ ਉੱਤੇ ਜਦੋਂ ਉਹਨੇ ਛਾਲ ਮਾਰੀ ਉਹ ਅੰਦਰ ਵੀ ਨਾਲ ਸ਼ਾਮਲ ਸੀ। ਅੱਛਾ ਜੀ। ਉਹ ਬੰਦਾ ਕੋਲੇ ਨਹੀਂ ਪਤਾ ਲੱਗਦਾ। ਇਸ ਕਰਕੇ ਪੁਲਿਸ ਕੋਸ਼ਿਸ਼ ਤੇ ਪੂਰੀ ਕਰ ਰਹੀ ਆ ਕਿ ਪੁਲਿਸ ਦੀ ਪੂਰੀ ਤਰ੍ਹਾਂ ਜਿਹੜੀ ਉਹ ਕੜਿੱਕੀ ਚਾਹੀਏ ਜਾਨ ਜੀ। ਤੇ ਮੁੱਖ ਮੰਤਰੀ ਸਾਹਿਬ ਆਪ ਆ ਕੇ ਗਏ ਨੇ, ਬਕਾਇਦਾ ਤੌਰ ਤੇ ਗ੍ਰਹਿ ਮੰਤਰੀ ਸਾਹਿਬ ਆ ਕੇ ਗਏ ਨੇ। ਇਹ ਚੰਗੀ ਗੱਲ ਆ ਕਿ ਆਪ ਆ ਕੇ ਆਏ ਨੇ। ਇੱਕ ਪ੍ਰਧਾਨ ਨੂੰ ਜਦੋਂ ਪੁੱਛਿਆ, ਪ੍ਰਧਾਨ ਸਾਹਿਬ ਵੇਖੋ ਤੁਸੀਂ ਕਿਹਦੇ ਸ਼ੱਕ ਕਰਦੇ ਹੋ, ਸਟੇਟ ਗਵਰਨਮੈਂਟ ਦੀ ਗੱਲ ਕੀ ਕਰਦੇ ਤੇ ਕੇਂਦਰ ਦੀ ਗੱਲ ਕਰਦੇ? ਕਹਿੰਦਾ ਜੀ 2 ਵਾਰੀ। ਉਹਨੂੰ ਪੁੱਛਿਆ ਜੀ ਤੁਹਾਨੂੰ ਕਿਸੇ ਨਾਲ ਗੱਲਬਾਤ ਹੋਈ ਹੈ? ਮੁੱਖ ਮੰਤਰੀ ਜੀ ਮੈਨੂੰ ਮੁੱਖ ਮੰਤਰੀ ਦਾ ਟੈਲੀਫੋਨ ਆਇਆ ਸੀ, ਗ੍ਰਹਿ ਮੰਤਰੀ ਦਾ ਫੋਨ ਆਇਆ ਜੀ। ਕੇਂਦਰ ਤੋਂ ਤੁਹਾਨੂੰ ਕਿਸੇ ਤੋਂ ਫੋਨ ਆਇਆ? ਕਹਿੰਦਾ ਬਿਲਕੁਲ ਨਹੀਂ ਆ। ਤੇ ਫਿਰ ਇਹਦਾ ਮਤਲਬ ਕੇਂਦਰ ਸਾਹਿਬ ਦੋਸ਼ੀ? ਕਹਿੰਦਾ ਬਿਲਕੁਲ ਦੋਸ਼ੀ ਹੈ ਜੀ ਕੇਂਦਰ। ਮਤਲਬ ਸਭ ਕੁਛ ਉਹਨਾਂ ਨੇ ਆਪਣੀ ਨਲਾਇਕੀ ਜਿਹੜੀ ਆ ਉਹ ਕੇਂਦਰ ਸਰਕਾਰ ਤੇ ਮੜੀ ਜਾ ਰਹੀ ਹੈ ਜੀ। ਜਦੋਂ ਬਕਾਇਦਾ ਤੌਰ ਤੇ ਇਹ ਤੇ ਜਿਹੜੇ ਭਾਗਵਤ ਨੇ, ਜਿਹੜੇ RS ਦੇ, ਉਹਨਾਂ ਨੇ ਵੀ ਬਿਆਨ ਦਿੱਤਾ, ਨਿਖੇਧੀ ਕੀਤੀ ਤੇ ਕਿਹਾ ਵੀ ਦੋਸ਼ੀ ਫੜੇ ਜਾਣੇ ਚਾਹੀਦੇ ਆ ਜੀ। ਗ੍ਰਹਿ ਮੰਤਰੀ ਨੂੰ ਇਹ ਬਿਆਨ ਦਿੱਤਾ ਕਿ ਅਸੀਂ ਲੋੜੀਂਦੀ ਕਾਰਵਾਈ ਕਰਨ ਲਈ ਤਿਆਰ ਹਾਂ, ਲੋੜ ਪਊ ਇਨਕੁਆਇਰੀ ਵੀ ਕਿਸ ਤਰ੍ਹਾਂ ਕੀਤੀ। ਹੋਰ ਕੀ ਕਰਨ ਜੀ? ਹੁਣ SGPC ਕਹਿੰਦੀ ਆ ਵੀ ਕੇਂਦਰ ਦੋਸ਼ੀ ਇਹਦੇ ਉੱਤੇ, ਸਰਕਾਰਾਂ ਤਾਂ ਆਪਣੀ ਕਾਰਵਾਈ ਕਰਨਗੀਆਂ, ਲੇਕਿਨ ਸਰਕਾਰਾਂ ਦੇ ਹਾਲੇ ਤੱਕ ਹੁਣ ਤੱਕ ਹੱਥ ਪੱਲੇ ਕੁਛ ਨਹੀਂ ਪਿਆ। 2 ਦਿਨ ਦਾ ਟਾਈਮ ਸੀ, 2 ਦਿਨਾਂ ਚ ਕੋਈ ਵੀ ਕਾਰਵਾਈ। ਤੇ ਆਪਾਂ ਹੁਣ ਗੱਲ ਕਰੀਏ ਤਾਂ ਸਿਰਸਾ ਸਾਹਿਬ ਦੀ, ਕਿਉਂਕਿ ਕਮੇਟੀ ਦੀ ਗੱਲ ਕਮੇਟੀ ਨਾਲ ਆ। ਸਿਰਸਾ ਸਾਹਿਬ BJP ਚਲੇ ਗਏ, ਸਾਰਾ ਕੁਝ ਹੋ ਗਿਆ, ਇੱਥੋਂ ਰੱਦ ਵੀ ਹੋ ਗਿਆ। ਕਹਿੰਦੇ ਦਸਖਤ ਹਜੇ ਵੀ ਉਹਨਾਂ ਦੇ ਚੱਲਦੇ, ਮਿੱਤਰਾਂ ਦਾ ਨਾਂ ਚੱਲਦਾ। ਵੇਖੋ ਜੀ, ਇੱਕ ਇਹਨਾਂ ਦਾ ਆਪਣਾ ਬੰਦਾ ਹੈਗਾ ਵਾ ਕੁਲਵੰਤ ਸਿੰਘ ਬਾਠ ਜੀ। ਕੁਲਵੰਤ ਸਿੰਘ ਮੀਤ ਪ੍ਰਧਾਨ ਜੀ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਜੀ। ਬੀਬੀ ਰਣਜੀਤ ਕੌਰ ਦੀ ਜਿਹੜੀ ਆਪਾਂ ਕਾਲ ਲੈ ਲਈਏ ਜੀ, ਇੱਕ ਵਾਰੀ ਕਾਲ ਲੈ ਲਈਏ, ਫਿਰ ਅੱਗੇ ਚੱਲਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ 92164 ਤੇ ਆਨ 에ਅਰ ਹੋ ਤੁਸੀਂ। ਦਾਨੇਵਾਲ ਸਾਹਿਬ, ਆਪਣਾ ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਨਹੀਂ ਜੀ, ਤੁਸੀਂ ਪੱਟੀ ਸਾਹਿਬ ਵਾਰੀ ਕਹਿ ਦਿੰਦੇ ਹੋ, ਪੱਟੀ ਸਾਹਿਬ ਨੇ ਇਹ ਜੀ 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 ਬੋਲੋਗੇ ਤੇ ਮੈਨੂੰ ਪਤਾ ਜੇ ਜਾ ਘੁੱਟ ਕੇ ਲਾਈਏ ਤਾਂ ਪੱਟੀ ਸ਼ਹਿਰ ਵਾਲਾ ਜਿਹੜਾ ਉਹ ਲਾਉਣਾ। ਹਾਂ 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 ਹਾਂਜੀ 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 ਹਾਂ, ਪੱਟੀ ਭੱਬਾ ਨਹੀਂ ਲਾਉਣਾ, ਪੱਟੀ ਲਾਉਣਾ। ਹਾਂਜੀ ਬਿਲਕੁਲ, ਉਹ ਕਈ ਵਾਰ ਹੋ ਜਾਂਦਾ। ਚਲੋ ਜੀ, ਮਾਫੀ ਮੰਗਦੇ ਆ ਜੀ ਪੱਟੀ ਸਾਹਿਬ ਕੋਲ। ਦਰੁਸਤ ਕਰਨਾ ਫਰਜ਼ ਆ ਜੀ ਸਾਡਾ। ਹਾਂਜੀ ਬਿਲਕੁਲ, ਕੋਈ ਗੱਲ ਦਰੁਸਤ ਕਰਨਾ ਚਾਹੀਦਾ। ਅਸੀਂ ਨਾ ਕਰਾਂਗੇ ਤਾਂ ਕੌਣ ਕਰੇਗਾ? ਤੁਸੀਂ ਨਾ ਕਰੋਗੇ, ਅਸੀਂ ਨਾ ਕਰਾਂਗੇ, ਕੌਣ ਕਰੇਗਾ? ਪੱਟੀ ਸਾਹਿਬ ਬੜੀ ਨਾ ਮਤਲਬ ਜੀ, ਦਾਨੇਵਾਲ ਸਾਹਿਬ ਬਹੁਤ ਮਤਲਬ ਮੰਦਭਾਗੀ ਗੱਲ ਹੈ। ਬੜਾ ਹਿਰਦਾ ਦੁਖਦਾ, ਮੇਰਾ ਇਕੱਲੇ ਦਾ ਨਹੀਂ, ਤੁਹਾਡਾ ਵੀ ਦੁਖਦਾ, ਲੋਕਾਂ ਦਾ ਵੀ ਦੁਖਦਾ ਜੀ ਜੀ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵੇਂ ਕਿਸੇ ਤਰ੍ਹਾਂ ਮਰਾਦੀ ਹੁੰਦੀ, ਕਿਸੇ ਢੰਗ ਨਾਲ ਹੁੰਦੀ, ਕੋਈ ਵੀ ਹੁੰਦੀ, ਨਾਦਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਸ ਗੁਰੂ ਸਾਹਿਬ ਦੀ ਕਿ ਜਿਹਨੂੰ ਕੁੱਲ ਆਲਮ ਝੁਕਦਾ ਤੇ ਜਿਹਦੇ ਵਿੱਚ ਕੁੱਲ ਆਲਮ ਦੇ ਪੀਰ ਫਕੀਰ ਦੇਵੀ ਦੇਵਤਿਆਂ ਨੂੰ ਸਤਿਕਾਰ ਦਿੱਤਾ। ਗੁਰੂ ਅਰਜਨ ਦੇਵ ਨੇ ਆਪਣੇ ਗੋਦ 'ਚ ਬਿਠਾ ਕੇ ਆਖਿਆ, ਆਜੋ ਭਾਈ, ਤੁਹਾਨੂੰ ਦੁਨੀਆ ਨੂੰ ਨਿੰਦਣ ਵਾਲਿਆਂ ਨੂੰ ਮੈਂ ਥਾਂ ਦੇਣਾ ਵਾ। ਤੇ ਉਹਨਾਂ ਦੀ ਵਿੱਚ ਗੱਲ ਹੁੰਦੀ ਪਈ ਗੁਰੂ ਗ੍ਰੰਥ ਸਾਹਿਬ ਦੇ। ਕਿਸ ਤਰ੍ਹਾਂ ਬੰਦਾ ਸੋਚ ਸਕਦਾ ਹੈ ਵੀ ਮੈਂ
ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਕਰਾਂ। ਇਸ ਕਰਕੇ ਬਹੁਤ ਮੰਦਭਾਗੀਆਂ ਇਹ ਗੱਲਾਂ ਨੇ। ਹੁਣ ਮੈਂ ਗੱਲ ਕਰਨਾ ਪੱਟੀ ਸਾਹਿਬ ਜੀ, ਤੁਸੀਂ ਕਰਕੇ ਗਏ ਜਿਹੜੇ ਧਾਮੀ ਸਾਹਿਬ ਉਹ ਕਰਦੇ ਪਏ ਨੇ ਆਪਣੀ ਕਾਨਫਰੰਸ ਜੀ 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 ਲੋਕ ਅਸੀਂ ਤੁਸੀਂ ਤੇ ਇਹ ਕਹਿੰਦੇ ਆ ਵੀ ਸੇਫਟੀ ਹੋਣੀ ਚਾਹੀਦੀ ਹੈ, ਸੇਫਟੀ ਪੂਰੀ ਰੱਖੋ, ਜਿੱਦਾਂ ਵੀ ਹੋ ਸਕਦਾ ਕਿ ਅੱਗੇ ਵਾਸਤੇ ਇਹ ਘਟਨਾ ਨਾ ਵਾਪਰੇ। ਤੇ ਤੀਜੀ ਚੌਥੀ ਘਟਨਾ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਤੁਸੀਂ ਦੱਸੀਆਂ ਨੇ ਵਾਪਰ ਚੁੱਕੀਆਂ ਨੇ। ਪਰ ਹੁਣ ਮੰਦਭਾਗੀ ਇਹ ਗੱਲ ਹੈ ਕਿ ਇਹ ਬੰਦੇ ਵੇਖੋ ਆਪਣੇ ਸਿਰ 'ਚ ਸਵਾਹ ਆਪ ਹੀ ਪਾਉਣ ਡਏ ਨੇ। ਜੀ 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 ਉਹ ਕਿਵੇਂ ਕਿ ਸਵੇਰ ਤੋਂ ਲੈ ਕੇ ਤੁਸੀਂ ਤੁਹਾਨੂੰ ਆਪਣੇ ਆਪ ਤੁਸੀਂ ਵੇਖੋ ਪੜ੍ਹੇ ਲਿਖੇ ਹੋ, ਤੁਸੀਂ ਉੱਚ ਅਹੁਦਿਆਂ ਤੇ ਬੈਠੇ ਹੋ, ਧਾਰਮਿਕ ਸੰਸਥਾ ਦੇ ਆਗੂ ਬਣੇ ਹੋ, ਤੁਸੀਂ ਆਪੇ ਟਾਈਮ ਦਰ ਟਾਈਮ ਮਿੰਟ ਸਕਿੰਟ ਦਿਸ ਕੇ ਸਮਝੋ ਵੀ 8 ਵਜੇ ਬੰਦਾ ਇੱਥੇ ਆਇਆ ਜੀ, ਇੰਨੇ ਵਜੇ ਬੰਦਾ ਅੰਦਰ ਗਿਆ, ਉੱਥੋਂ ਸਾਡੇ ਸੇਵਾਦਾਰਾਂ ਨੇ ਫੜਿਆ ਬਾਹਰ ਕੱਢਤਾ ਤੇ ਝਾਕਾ ਦੇ ਕੇ ਫਿਰ ਦੂਜੇ ਦਰਵਾਜ਼ੇ ਆ ਗਏ। ਜਾਨੀ ਕਿ ਸਵੇਰ ਤੋਂ ਰਾਤ ਤੱਕ 5-6 ਵਾਰੀ ਇਹ ਕਹਿਣ ਦੇ ਨੇ ਵੀ ਬੰਦਾ ਇੰਨੇ ਟਾਈਮ ਤੇ ਇੱਥੇ ਸੀ, ਇੰਨੇ ਟਾਈਮ ਦੀ। ਉਹ ਭਲਿਓ ਲੋਕੋ, ਜਦੋਂ ਤੁਸੀਂ ਇੱਕ ਵਾਰੀ ਫੜ ਲਿਆ, ਚਲੋ ਇੱਕ ਵਾਰੀ ਤੇ ਹੋਇਆ ਵੀ ਤੂੰ ਜਾ ਵੀ ਭੁਲੇਖਿਆ ਛੱਡ, ਦੂਜੀ ਵਾਰੀ ਆਇਆ, ਤੀਜੀ ਵਾਰੀ ਆਇਆ, ਬੰਦੇ ਨੂੰ ਫੜ ਕੇ ਬੰਨੋ ਜਾਂ ਪੁਲਿਸ ਨੂੰ ਦਿਓ ਜਾਂ ਉਹਦੀ ਕਿਸੇ ਅੰਦਰ ਵਾੜ ਕੇ ਮਤਲਬ ਕਿਸੇ ਤਰੀਕੇ ਨਾਲ ਨਾਰਮਲ ਮਾਰਨ ਤੋਂ ਬਿਨਾਂ, ਜਾਨੋਂ ਮਾਰਨ ਤੋਂ ਬਿਨਾਂ ਉਹਦੀ ਪੁੱਛ ਪ੍ਰਤੀਤ ਕਰੋ, ਯਾਨੀ ਉੱਤੇ ਕੰਟਰੋਲ ਕਰ ਲਓ। ਉੱਤੇ ਕੰਟਰੋਲ ਕਰ ਲਿਆ ਹੁੰਦਾ, ਉਹਨੂੰ ਕਾਬੂ ਕਰ ਲਿਆ ਹੁੰਦਾ, ਨਾ ਘਟਨਾ ਵਾਪਰਦੀ। ਇਹਦਾ ਮਤਲਬ ਤੁਸੀਂ ਜਾਣ ਬੁੱਝ ਕੇ ਉਹਨੂੰ ਢਿੱਲ ਦਿੰਦੇ ਪਏ ਸੀ ਤੇ ਹੁਣ ਤੁਸੀਂ ਆਪਣੇ ਸਿਰ 'ਚ ਸਵਾਹ ਆਪ ਹੀ ਪਾਉਂਦੇ ਪਏ। ਅਸੀਂ ਆਪ ਹੀ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਬਾਰ-ਬਾਰ ਢਿੱਲ ਦੇ ਕੇ ਤੇ ਘਲਾਈ ਜਾਂਦੇ ਰਹੇ ਆ ਤੇ ਉਹ ਆਪਣਾ ਕੰਮ ਕਰ ਗਿਆ। ਇਹ ਬਹੁਤੀ ਮੰਦਭਾਗੀ ਇਹ ਗੱਲ ਹੈ ਕਿ ਬਜਾਏ ਅਸੀਂ ਸੇਫਟੀ ਰੱਖਣ ਦੇ ਤੇ ਸੇਵਾ ਸੰਭਾਲ ਕਰਨ ਦੇ ਤੇ ਆਪੇ ਵਾਰ-ਵਾਰ ਉਸ ਬੰਦੇ ਨੂੰ ਅਸੀਂ ਛੱਡ ਦਿੰਦੇ ਤੇ ਆਪੇ ਕਰਨ ਦੇ ਆ ਆਪਣੀ ਕਰਨ ਤੇ। ਮਿਹਰਬਾਨੀ ਜੀ, ਇਹਨਾਂ ਵਾਸਤੇ ਬਹੁਤ ਮਾੜੀ ਗੱਲ ਹੈ ਜੀ। ਜੀ ਪੱਟੀ ਸਾਹਿਬ, ਹੋਰ ਵੀ ਸਾਡੇ ਸੱਜਣ ਜਿਹੜੇ ਆਪਣੇ ਵਿਚਾਰ ਦੇਣਾ ਚਾਹੁੰਦੇ ਆ, ਕੱਲ ਵੀ ਗੱਲਬਾਤ ਕੀਤੀ ਸੀਗੀ, ਅੱਜ ਵੀ ਜੀ ਆਪਾਂ ਉਹੀ ਗੱਲ ਕਰਦੇ ਨਾਲ ਦੀ ਨਾਲ ਅੱਗੇ ਹੁਣ ਸਿਰਸਾ ਸਾਹਿਬ ਦੇ ਦਸਤਖਤਾਂ ਵਾਲੀ ਗੱਲ ਵੀ ਤੋਰ ਲਈਏ। ਜਿਹੜੀ ਸਿਰਸਾ ਸਾਹਿਬ ਦੀ ਗੱਲ ਆ ਜੀ, ਜਿਹੜੀ ਇਹਨਾਂ ਦੀ ਸੀਨੀਅਰ ਮੀਤ ਪ੍ਰਧਾਨ ਸੀ ਬੀਬੀ ਰਣਜੀਤ ਕੌਰ, ਉਹਦੇ ਖਿਲਾਫ ਇੰਦਰ ਮੋਹਨ ਸਿੰਘ ਨੇ ਇੱਕ ਕੇਸ ਪਾਇਆ ਸੀ ਜੀ, ਜਿਹਦੇ ਵਿੱਚ ਉਹ ਕੇਸ ਹਾਰ ਗਈ ਸੀ ਤੇ ਉਹ ਮੈਂਬਰ ਵਾਪਸ ਆ ਗਿਆ ਸੀ ਕੋਰਟ ਦੇ ਰਾਹੀਂ ਜੀ, ਉਹ ਚਲੀ ਗਈ। ਹੁਣ ਸਿਰਸਾ ਸਾਹਿਬ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਹੈ ਕੋਈ ਤੇ ਮੀਤ ਪ੍ਰਧਾਨ ਆ ਕੁਲਵੰਤ ਸਿੰਘ ਬਾਠ, ਜਿਹੜੇ ਇਹਨਾਂ ਦਾ ਖਾਸ ਬੰਦਾ ਸੀ ਜੀ। ਉਹ ਬੰਦਾ ਮੀਤ ਪ੍ਰਧਾਨ ਹੈ, ਲੇਕਿਨ ਉਹ ਮੁੜ ਕੇ ਚਲ ਗਿਆ ਸਰਨਿਆਂ ਦੇ ਨਾਲ ਤੇ ਐਤਕੀ ਇਲੈਕਸ਼ਨ ਹੋ ਗਿਆ ਹਾਰ ਜੀ। ਹਾਰਨ ਤੋਂ ਬਾਅਦ ਹਾਲ ਦੀ ਘੜੀ ਜਿੰਨਾ ਚਿਰ ਨਵਾਂ ਹਾਊਸ ਨਹੀਂ ਬਣਦਾ ਉਹਨਾਂ ਚਿਰ ਪੁਰਾਣੇ ਅਹੁਦੇਦਾਰ ਪ੍ਰੋਪਰਲੀ ਕੰਮ ਕਰ ਸਕਦੇ ਜੀ। ਹੁਣ ਇਹਦੇ ਵਿੱਚ ਉਹਨੇ ਕਿਹਾ ਜੀ ਮੈਂ ਦਸਖਤ ਕਰਨ ਲਈ ਤਿਆਰ ਹਾਂ, ਲੇਕਿਨ ਮੈਂ ਤੁਹਾਡੀ ਝੂਠ ਦੇ ਕਾਗਜ਼ਾਂ ਸਾਈਨ ਨਹੀਂ ਕਰਨੇ। ਇਹ ਮੇਰੀ ਗੱਲ ਸੁਣ, ਇਹ ਆਪਣਾ ਬਾਠ ਨੇ ਕਿਹਾ। ਬਾਠ ਨੇ, ਅੱਛਾ। ਹੁਣ ਇਹਨਾਂ ਦੀ ਇੱਕ ਦੂਜੀ ਗੱਲ ਆ ਵੀ ਜਿਹੜਾ ਮਨਜਿੰਦਰ ਸਿੰਘ ਸਿਰਸੇ ਨੇ ਅਸਤੀਫਾ ਦਿੱਤਾ ਵਾ, ਉਹਨੇ ਸਿਰਫ ਤੇ ਸਿਰਫ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੇ ਦਿੱਤਾ, ਬਾਕੀ ਕੋਈ ਨਹੀਂ ਦਿੱਤਾ। ਅੱਛਾ, ਮੈਂਬਰੀ ਤੋਂ ਤਾਂ ਮੈਂਬਰ ਤਾਂ ਹੈ ਹੀ ਨਹੀਂ ਵੈਸੇ। ਉਹ ਮੈਂਬਰ ਹੈ ਜੀ, ਪੁਰਾਣਾ ਮੈਂਬਰ ਹੈਗਾ ਨਾ, ਪੁਰਾਣਾ ਹੈਗਾ ਜੀ। ਹਾਂ, ਅਕਾਲੀ ਦਲ ਦੇ ਵਿੱਚ ਉਹਨੇ ਅਸਤੀਫਾ ਨਹੀਂ ਦਿੱਤਾ ਤਾਂ ਨਾ ਅਕਾਲੀ ਦਲ ਨੇ ਤੇ ਕੱਢਿਆ ਉਹਨੂੰ। ਹਾਂ। ਇਹ ਵੇਖੋ ਗੱਲਾਂ ਘੁੰਮ ਕੇ ਇੱਕ ਦਿਨ ਘੁੰਮਦੀਆਂ। ਉਹ ਬੀਜੇਪੀ ਜੁਆਇਨ ਕਰ ਗਿਆ, ਨਾ ਉਹਨੇ ਅਕਾਲੀ ਦਲ ਨੂੰ ਅਸਤੀਫਾ ਦਿੱਤਾ ਤੇ ਨਾ ਅਕਾਲੀ ਦਲ ਨੇ ਕੱਢਿਆ ਉਹਨੂੰ ਜੀ। ਬੇਸਿਕਲੀ ਜਿੰਨੇ ਵੀ ਉੱਥੇ ਅਹੁਦੇਦਾਰ ਨੇ ਸਾਰੇ ਕਿਸੇ ਨੇ ਕਿਸੇ ਰੂਪ ਦੇ ਵਿੱਚ ਬੀਜੇਪੀ ਨਾਲ ਜੁੜੇ ਨੇ। ਮਨਜਿੰਦਰ ਸਿੰਘ ਸਿੱਧੇ ਰੂਪ ਚ ਬੀਜੇਪੀ ਚਲੇ ਗਿਆ, ਪਹਿਲਾਂ ਵੀ ਬੀਜੇਪੀ ਦੇ ਨਾਲ ਸੀਗਾ, ਉਹ ਇਲੈਕਸ਼ਨ ਉਹਨੇ ਚੋਣ ਤੇ ਲੜਿਆ ਸੀਗਾ। ਜੀ। ਉਹਦੀ ਘਰ ਵਾਲੀ ਜਿਹੜੀ ਉਹ ਕੌਂਸਲ ਰਹੀ ਉਹਨਾਂ ਦੇ ਬੀਜੇਪੀ ਵਾਲੇ ਪਾਸਿਓਂ। ਹਰਮੀਤ ਸਿੰਘ ਕਾਲਕਾ ਜਿਹੜੇ ਜਨਰਲ ਸੈਕਟਰੀ ਨੇ, ਉਹਨਾਂ ਦੀ ਵਾਈਫ ਜਿਹੜੀ ਉਹ ਬੀਜੇਪੀ ਦੀ ਟਿਕਟ ਤੇ ਕੌਂਸਲਰ ਆ ਉੱਥੇ ਜੀ। ਬਾਠ ਦੀ ਵਾਈਫ ਜਿਹੜੀ ਉਹ ਬੀਜੇਪੀ ਦੀ ਟਿਕਟ ਤੇ ਕੌਂਸਲਰ ਆ। ਇਸ ਤਰ੍ਹਾਂ ਹੋਰ ਵੀ ਕਈ ਮੈਂਬਰ ਜਿਨ੍ਹਾਂ ਦੀ ਆਪਣੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਬੀਜੇਪੀ ਦੀ ਟਿਕਟ ਤੋਂ ਕੌਂਸਲਰ ਨੇ ਜੀ। ਇਸ ਕਰਕੇ ਕਹਿ ਦੀ ਉਹਨੂੰ ਬੀਜੇਪੀ ਦੀ ਕਮੇਟੀ ਤੋਂ ਵੀ ਹਰਕਤ ਨਹੀਂ ਕੋਈ ਨਹੀਂ ਹੋਊ। ਤੇ ਜੇ ਬੀਜੇਪੀ ਦੀ ਕਮੇਟੀ ਫਿਰ ਸਰਸੇ ਨੂੰ ਕਹਿਤਾ ਵੀ ਤੇਰਾ ਜਿਹੜਾ ਅਸਤੀਫਾ ਦਿੱਤਾ ਵਾ, ਜਿੰਨਾ ਚਿਰ ਜਨਰਲ ਹਾਊਸ ਨਹੀਂ ਹੁੰਦਾ ਜਾਂ ਐਡਜੈਕਟਿਵ ਨਹੀਂ ਬੈਠਦੀ ਉਨ ਤੱਕ ਤੇਰਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਜੀ। ਤੂੰ ਅਸਤੀਫਾ ਦੇਗਾ ਤੇ ਤੂੰ ਅੱਜ ਵੀ ਪ੍ਰਧਾਨ ਆ। ਹੁਣ ਇਹ ਕਰਦੇ ਕੀ ਆ, ਫਾਈਲਾਂ ਇਕੱਠੀਆਂ ਕਰ ਲੈਂਦੇ, ਉਹਦੇ ਘਰ ਚੱਲ ਜਾਂਦੇ, ਉਹਦੇ ਘਰੋਂ ਸਾਈਨ ਕਰਾ ਲੈਂਦੇ ਤੇ ਉਹਨੇ ਜੋ ਵੀ ਆਪਣਾ ਫੰਡ ਲੈਣਾ ਉਹ ਫੰਡ ਜੋ ਵੀ ਗੱਲ ਕਰਨੀ ਕਰ ਲੈਂਦਾ ਉਹ ਆਪਣੀ। ਜੀ। ਇਸ ਕਰਕੇ ਉਹ ਅਜੇ ਪ੍ਰਧਾਨ ਨੇ, ਦਸਤਖਤ ਅਥਾਰਟੀ ਉਹੀ ਚੱਲਦੀ ਆ ਵੀ ਉਹਨਾਂ ਦਾ ਅਸਤੀਫਾ ਅਜੇ ਤੱਕ ਪ੍ਰਵਾਨ ਜਿਹੜਾ ਵਾ ਉਹ ਐਗਜ਼ੀਕਿਊਟਿਵ ਕਮੇਟੀ ਤੇ ਹਾਊਸ ਨੇ ਨਹੀਂ ਕੀਤਾ ਜੀ। ਹੁਣ ਕਿਸੇ ਕਰਨਾ ਵੀ ਨਹੀਂ, ਕਿਉਂਕਿ ਨਵਾਂ ਹਾਊਸ ਬਣਨ ਦੀ ਤਿਆਰੀ ਚ ਕਿਸੇ ਵੇਲੇ ਵੀ ਜਿਹੜੀ ਉਹ ਕਾਲ ਕਰ ਸਕਦੇ ਨੇ ਆਪਣੀ ਮੀਟਿੰਗ ਕਾਲ ਤੇ 15 ਦਿਨਾਂ ਚ, ਉਸ ਤੋਂ ਬਾਅਦ 15 ਦਿਨ ਦੇ ਵਿੱਚ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਜਿਹੜਾ ਸੀ ਹਾਊਸ ਨਵਾਂ ਬਣ ਗਿਆ। ਚਲੋ, ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਧੰਨਵਾਦ ਸਾਹਿਬ ਤੇ ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਪੱਟੀ ਸਾਹਿਬ ਤੁਹਾਡੀ ਪੱਤਰਕਾਰੀ ਨੂੰ ਸਲੂਟ। ਮਿਹਰਬਾਨੀ। ਥੈਂਕ ਯੂ ਜੀ, ਸ਼ੁਕਰੀਆ ਜੀ ਖਾਲਸਾ ਜੀ। ਇੱਕ ਵਾਰੀ ਨਹੀਂ ਬਾਰ-ਬਾਰ ਸਲੂਟ। ਔਰ ਮੈਂ ਇਹ ਗੱਲ ਕਹਿਣਾ ਕਿ ਐਡੀ ਵੱਡੀ ਨਲਾਇਕੀ ਵਾਲੇ ਲੋਕ ਉੱਥੇ ਬੈਠੇ ਆ, ਜਦ ਕਿ ਸਿੱਖ ਧਰਮ ਸਾਰਿਆਂ ਦਾ ਸਾਂਝੀ ਵਾਰਤਾ ਦਾ ਸੁਨੇਹਾ ਸਾਰਿਆਂ ਨੂੰ ਦਿੰਦਾ ਹੈ। ਜੀ 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 ਜੀ। ਇਹ ਗਵਾਹ ਹੈ ਤੇ ਗੁਰੂ ਗ੍ਰੰਥ ਸਾਹਿਬ ਜਿਹਦੇ ਹਜ਼ੂਰ ਜਾ ਕੇ ਅਸੀਂ ਮਸਤਕ ਬਣਾਉਂਦੇ ਹਾਂ, ਤੇ ਇਹ ਉੱਥੇ ਜਿਹੜੇ SGPC ਵਾਲੇ ਬੈਠੇ ਆ, ਇਹ ਕੀ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ? ਇਹ ਦੱਸਿਓ ਜਰਾ। ਬਹੁਤ ਤੁਹਾਡਾ ਧੰਨਵਾਦ ਜੀ। ਹਾਂ, ਗੱਲ ਇਹੀ ਆ ਗਈ ਵੀ SGPC ਵਾਲੇ ਗੁਰੂ ਨੂੰ ਕਿੰਨਾ ਕੁ ਮੰਨਦੇ ਨੇ। ਜਿਹੜੇ ਬਹੁਤੇ ਗੁਰੂ ਦੇ ਕੋਲ ਰਹਿੰਦੇ ਤੇ ਵਾਕਿਆ ਤੁਹਾਡੀ ਗੱਲ ਸੀ ਕਿ ਉਹਨਾਂ ਦਾ ਡਰ ਭੌ ਨਹੀਂ ਹੁੰਦਾ, ਉਹ ਨਹੀਂ ਮੰਨਦੇ ਹੁੰਦਾ। ਤੁਸੀਂ ਇੱਕ ਕੰਮ ਕਰ ਲਓ ਜੀ। ਮੈਨੇਜਰ ਦਰਬਾਰ ਸਾਹਿਬ ਨੂੰ ਕਹਿ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਸੁਣਾ। ਪਹਿਲੀ ਗੱਲ ਤੇ 5 ਬਾਣੀਆਂ ਕੰਠ ਹੋਣੀਆਂ ਚਾਹੀਦੀਆਂ ਉਹਨੂੰ ਜੀ। ਉਹਨੂੰ ਇਤਿਹਾਸ ਬਾਰੇ ਨੌਲੇਜ ਹੋਣੀ ਚਾਹੀਦੀ ਆ, ਉਹਨੂੰ ਬਕਾਇਦਾ ਤੌਰ ਤੇ ਭਾਸ਼ਾ ਬਾਰੇ ਨੌਲੇਜ ਹੋਣੀ ਚਾਹੀਦੀ, ਅੰਗਰੇਜ਼ੀ, ਪੰਜਾਬੀ ਤੇ ਹਿੰਦੀ, ਜੀ, ਜਿਹੜੀਆਂ ਸਾਡੀਆਂ ਮੇਨ ਭਾਸ਼ਾ ਚੱਲਦੀਆਂ ਨੇ। ਦਾਨੇ ਵਾਲੀਆ ਸਾਹਿਬ ਇੱਕ ਵਾਰੀ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਦਫ਼ਤਰ 'ਚ ਇੱਕ ਵਿਅਕਤੀ ਆਇਆ, ਉਹ ਸਾਬਕਾ ਫਲਾਈਂਗ ਅਫਸਰ ਸੀਗਾ ਆਰਮੀ। ਅੱਛਾ ਜੀ। ਬੜਾ ਗੁਰਸਿੱਖ ਬੰਦਾ। ਮੈਂ ਉਹਨਾਂ ਸਰਸਰੀ ਗੱਲ ਕੀਤੀ, ਮੈਂ ਕਿਹਾ ਜੀ ਆ ਵੇਖੋ ਸਾਡੇ ਪ੍ਰਕਰਮਾਂ ਦੇ ਜੇ ਗਾਈਡ ਜੇ ਰੱਖਣੇ ਹੋਣ ਤੇ ਕਿੱਥੋਂ ਲੱਭਣੇ ਜੀ। ਉਹ ਕਹਿੰਦਾ ਜੀ ਤੁਹਾਨੂੰ ਦੱਸੋ ਕਿੰਨੇ ਗਾਈਡ ਚਾਹੀਦੇ ਆ। ਗਿਆਨੀ ਗੁਰਬਚਨ ਸਿੰਘ ਕੋਲ ਬੈਠੇ ਸੀ, ਦੱਸਿਆ ਵੀ ਇੰਨੇ ਕੁ ਬੰਦੇ ਹੋਣ। ਠੀਕ ਕਹਿੰਦਾ ਜੀ ਬੰਦੇ ਤੁਸੀਂ ਜਾਓ, ਉਹ ਆਰਮੀ ਦੇ ਅਫਸਰ ਹੋਣਗੇ, ਗੁਰਸਿੱਖ ਹੋਣਗੇ, ਅੰਮ੍ਰਿਤਧਾਰੀ ਹੋਣਗੇ, ਉਹਨਾਂ ਨੂੰ ਅੰਗਰੇਜ਼ੀ ਤੇ ਪੰਜਾਬੀ ਤੇ ਹਿੰਦੀ ਤੇ ਪੂਰੀ ਕਮਾਂਡ ਹੋਏਗੀ। ਉਹ ਸਿੱਖ ਇਤਿਹਾਸ ਜਾਣਦੇ ਹੋਣਗੇ, ਗੁਰਬਾਣੀ ਜਾਣਦੇ ਹੋਣ ਜੀ। ਉਹਨਾਂ ਨੂੰ ਤੁਸੀਂ ਇੱਕ ਟੀ-ਸ਼ਰਟ ਦੇਣੀ ਜਿੱਤੇ ਲਿਖਿਆ ਹੋਵੇ ਗਾਈਡ। ਹਾਂ, ਉਹ ਵਲੰਟਰੀ ਸੇਵਾ ਕਰਨਗੇ, ਤੁਹਾਡੇ ਕੋਲ ਕੋਈ ਤਨਖਾਹ ਨਹੀਂ ਲੈਣੀ, ਉਹਨਾਂ ਦੇ ਰਹਿਣ ਦਾ ਬੰਦੋਬਸਤ ਕਰ ਦਿਓ ਇੱਥੇ, ਕਿਉਂਕਿ ਉਹ 1.5 ਲੱਖ ਰੁਪਇਆ ਪੈਨਸ਼ਨ ਲੈਣੇ ਨੂੰ ਪੈਸੇ ਨਹੀਂ ਦਿੱਤੇ ਸੈੱਟ ਨੇ ਉਹਨਾਂ ਦੇ। ਗੱਲ ਹੋ ਗਈ ਜੀ ਗਿਆਨੀ ਗੁਰਬਚਨ ਸਿੰਘ ਦੇ ਬਿਲਕੁਲ ਠੀਕ ਆ ਜੀ, ਇਹ ਤੇ ਵਧੀਆ ਸੌਦਾ ਪੈ ਗਿਆ, ਸਾਨੂੰ ਗੱਲ ਹੀ ਕੋਈ ਨਹੀਂ। ਹਾਂ। ਪ੍ਰਧਾਨ ਨਾਲ ਗੱਲ ਹੋਈ ਤੇ ਪ੍ਰਧਾਨ ਦਾ ਇੱਕ ਸਿਪਾ ਪ੍ਰਧਾਨ ਵੀ ਮੰਨ ਗਿਆ। ਪ੍ਰਧਾਨ ਦਾ ਸਿਪਾ ਸਾਰੇ ਕਹਿੰਦਾ ਜੀ ਵੇਖੋ ਇਹਨਾਂ ਦੇ ਕੋਈ ਜਾਤੀ ਇੰਟਰਸਟ ਨਹੀਂ, ਫ੍ਰੀ ਸੇਵਾ ਕਰਦੇ। ਲੈ ਦੱਸੋ। ਉਹੀ ਗੱਲ ਹੋ ਗਈ ਜਦੋਂ SGPC ਨੇ ਕਰਾਉਣਾ ਸੀ ਨਾ, ਚੈਨਲ ਚਾਲੂ ਕਰਾਉਣਾ ਸੀ, ਤੇ ਮੈਨੂੰ ਲੈ ਕੇ ਕੀ ਕਹਿੰਦੇ ਆ ਆਪਣੇ ਪ੍ਰੋਫੈਸਰ ਬਡੂੰਗਰ ਸਾਹਿਬ ਕਹਿੰਦੇ ਵੀ ਚੱਲੋ ਚੈਨਲ ਸ਼ੁਰੂ ਕਰੋ। ਮੈਨੂੰ ਕਹਿੰਦੇ ਕੀ ਤਨਖਾਹ ਲਓਗੇ? ਮੈਂ ਕਿਹਾ ਜੀ 1 ਰੁਪਈਆ ਹੈ ਨਹੀਂ, ਪਰ ਮੈਨੂੰ ਪਤਾ ਸੀ ਇਹਨਾਂ ਨੇ ਚਲਾਉਣਾ ਨਹੀਂ, ਕਿਉਂਕਿ ਗੁਰਬਾਣੀ ਤਾਂ ਇਹਨਾਂ ਨੇ ਹੁਣ ਜਿਵੇਂ ਸੁਖਬੀਰ ਸਿੰਘ ਬਾਦਲ ਤਾਂ ਮੰਨੀ ਜਾਂਦੇ PTC ਮੇਰਾ, ਤੇ ਗੁਰਬਾਣੀ ਤਾਂ ਉਹਨਾਂ ਨੇ ਉੱਥੇ ਹੀ ਚਲਾਉਣੀ ਸੀ। ਲਾਈਵ ਮੰਨ ਗਏ। ਹਾਂ, ਲਾਈਵ ਹੀ ਮੰਨ ਗਏ, ਹੁਣ ਤਾਂ ਸ਼ੰਕੇ ਹੀ ਦੂਰ ਕਰਤੇ। ਹਾਂ ਜੀ। ਇਸ ਕਰਕੇ ਇਹ ਖਾਲਸਾ ਜੀ ਤੁਸੀਂ ਕਹਿੰਦੇ ਇਹਨਾਂ ਨੂੰ ਬਿਲਕੁਲ ਨਹੀਂ ਹੈਗਾ। ਮੈਂ ਤੁਹਾਨੂੰ ਇਹੋ ਜਿਹੀਆਂ ਜੇ ਗੱਲਾਂ ਦੱਸਾਂ ਤੇ ਲੂ ਕੰਡੇ ਖੜੇ ਹੁੰਦੇ ਉਸ ਜਗ੍ਹਾ ਦੇ ਉੱਤੇ, ਜਿਹੜੀਆਂ ਕਰਤੂਤਾਂ ਘੋਲਦੇ ਆ। ਇਹਨਾਂ ਨੂੰ ਹੱਥ ਜੋੜ ਕੇ ਕਹੀਦਾ ਭਾਈ ਆ ਤੁਸੀਂ ਕਰਤੂਤ ਘੋਲੀ, ਇਹਨਾਂ ਬੰਦਿਆਂ ਦੇ ਖਿਲਾਫ ਕੋਈ ਕਾਰਵਾਈ ਕਰੋ, ਨਹੀਂ ਕਰਦੇ ਫਿਰ ਅਖਬਾਰ 'ਚ ਲਿਖਦਾ ਕਾਰਵਾਈ ਫਿਰ ਹੁੰਦੀ ਹੈ। ਦੁੱਖ ਆਪ ਨਹੀਂ ਹੁੰਦਾ, ਤੁਹਾਨੂੰ ਬਦਨਾਮੀ 4 ਸਫੇਰੇ ਸਾਡੀ ਵੀ ਤੇ ਇਹਨਾਂ ਦੀ ਹੋਈ ਹੈ ਜੀ, ਲੇਕਿਨ ਉਹਨਾਂ ਦੇ ਕੋਈ ਅਸਰ ਨਹੀਂ। ਦਾਨੇਵਾਲੀਆ ਸਾਹਿਬ ਜਦੋਂ ਨਰਿੰਦਰਪਾਲ ਸਿੰਘ ਹੋਰੀ ਆਲ ਖੇਤਰੀ DGP ਸਨ ਜੀ, ਭੋਲੇ ਮਾਨਸ ਦੇ ਬੰਦੇ ਸੀ ਵਿਚਾਰੇ, ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਟ੍ਰਿਬਿਊਨ ਅਖਬਾਰ ਵਾਲਾ ਇੱਕ ਪਾਈ ਸੀ RTI ਜੀ। ਉਹਦੇ ਵਿੱਚ ਉਹਨਾਂ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਹਰ ਚੌਥਾ ਮੁਲਾਜ਼ਮ ਕ੍ਰਿਮੀਨਲ ਜੀ, ਤੇ ਕ੍ਰਿਮੀਨਲ ਕੋਲ ਤੁਸੀਂ ਕੀ ਆਸ ਰੱਖ ਸਕਦੇ? ਹੈ ਕੋਈ ਆਸ ਉਹਦੇ ਕੋਲ ਨਾ। ਉਹਨੇ ਤੇ ਕ੍ਰਾਈਮ ਕਰਨ ਦੇ ਸੋਚਿਆ ਕ੍ਰਾਈਮ ਇੱਥੇ ਕਿਵੇਂ ਕਰਨਾ, ਤੇ ਕ੍ਰਾਈਮ ਉੱਥੇ ਬਹੁਤ ਆ। ਕਈਆਂ ਬੰਦਿਆਂ ਨੂੰ ਇਸ ਕਰਕੇ ਡਿਸਮਿਸ ਵੀ ਕਰਾਇਆ, ਕਈ ਸਸਪੈਂਡ ਵੀ ਕਰਾਏ। ਹੁਣ ਤੁਸੀਂ ਵੇਖੋ ਨਾ ਜੈਤੋ ਵਾਲਾ ਮਾਮਲਾ ਜਿਹੜਾ ਸੀ ਜੀ, ਪਤਾ ਹੀ ਆਪਾਂ ਨੂੰ ਖੂਹ ਦੇ ਵਿੱਚੋਂ ਕੀ ਕੁਛ ਉਹ ਬੰਦੇ ਫਿਰ ਬਾਤ ਕਰਦੇ। ਉਹ ਤਾਂ ਕਰਨੇ ਹੀ ਸੀ ਜੀ। ਜੈਤੋ ਵਾਲੇ ਲੈ ਲਓ ਤੁਸੀਂ, ਤਲਵੰਡੀ ਸਾਬੋ ਵਾਲੇ ਲੈ ਲਓ, ਦਮਦਮਾ ਸਾਹਿਬ ਵਾਲੇ। ਦੇਖੋ ਦਾਨੇਵਾਲੀਆ ਸਾਹਿਬ ਜੀ, ਅਸੀਂ ਕਹਿੰਦੇ ਕਿ ਉਹਨੇ ਬੰਦੇ ਨੇ ਗਲਤੀ ਕੀਤੀ, ਠੀਕ ਤੁਸੀਂ ਮਾਰਤਾ ਤੇ ਸਰਸਾ ਸਾਧ ਨੇ ਇਹਦੂ ਵੱਡੀ ਗਲਤੀ ਕੀਤੀ ਸੀ, ਛੋਟੀ ਨਹੀਂ ਸੀ ਕੀਤੀ ਉਹਨੇ। ਤੇ ਉਹਨੂੰ ਤੁਸੀਂ ਮਾਫੀ ਵੀ ਦਵਾਏ, ਤੇ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ ਗੁਰੂ ਜੀ ਗੋਲਕ ਚ 92 ਲੱਖ ਰੁਪਇਆ ਵੀ ਦੇਤਾ। ਹਾਂ,
ਉਹਦਾ ਹਿਸਾਬ ਕੌਣ ਦੇਊਗਾ? ਉਹਦਾ ਉਹੀ ਤਾਂ ਫਿਰ ਹੁਣ ਤਾਂ ਸੰਗਤ ਲਊਗੀ ਨਾ ਜੀ, ਆ ਗਈਆਂ ਵੋਟਾਂ। ਚਲੋ ਸੰਗਤ ਤੇ ਮੈਂ ਸੋਚਦਾ ਵੀ ਵੇਖੋ ਦਾਣੇ ਵਾਲੇ ਸਮੇਂ ਐਸਜੀਪੀਸੀ ਦੀਆਂ ਵੋਟਾਂ ਦੇ ਮਸਾਂ ਹੀ ਆ, ਕੋਈ 20-25% ਲੋਕ ਵੋਟ ਪਾਉਂਦੇ ਆ। ਜਾਂਦੇ ਹੀ ਨਹੀਂ ਲੋਕ, ਉਹ ਇਹਨਾਂ ਦੇ ਵਰਕਰ ਸਰਕਲ ਹੁੰਦੇ, ਵੋਟਾਂ ਵੱਟਾਂ ਪਾ ਦਿੰਦੇ, ਨਹੀਂ ਤਾਂ ਧੱਕੇ ਨਾਲ ਪਵਾ ਲੈਂਦੇ। ਪਿਛਲੀਆਂ ਵਾਰ ਵੇਖਿਆ ਹੀ ਧੱਕੇ ਨਾਲ ਪਵਾ ਦਿੰਦੇ। ਪਿਛਲੀ ਵਾਰੀ ਤੇ ਕਈ ਸੀਟਾਂ ਨਾਲ ਧੱਕੇ ਨਾਲ ਜਿੱਤੀਆਂ ਸੀ, ਸਰਕਾਰ ਇਹਨਾਂ ਦੀ ਸੀਗੀ, ਤੇ ਕਹਿਤਾ ਸੀ ਉਹਨੂੰ ਵੀ ਤੇਰੇ ਖਾ ਪੁਲਿਸ ਨੂੰ ਭੇਜਤਾ ਜਾ ਕੇ ਲਾਈਵ ਸ਼ਾਟ ਸੀ ਉਦੋਂ ਡੇ ਐਂਡ ਨਾਈਟ ਦੇ ਉੱਤੇ, ਤਾਂਹੀਆਂ ਤਾਂ ਬੰਦ ਕਰਾਇਆ ਸੀ ਇਹਨਾਂ ਨੇ। ਕਿਵੇਂ ਬੀੜੀਆਂ ਪੀਣ ਵਾਲੇ ਫੜੇ ਸੀ, ਕਿਵੇਂ ਕੀ ਕਹਿੰਦੇ ਆ ਜਿਹੜੇ ਗੈਰ ਸਿੱਖ ਵੋਟਰ ਫੜੇ ਸੀ। ਜੀ 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 ਜੀ। ਸੋ ਇਹ ਚੀਜ਼ ਹੈ ਤੇ ਬਸ। ਪਰ ਇੱਕ ਗੱਲ ਦਾ ਵੀ ਹੁਣ ਲੱਗਦਾ ਜੀ ਵੋਟਾਂ ਪੈਣਗੀਆਂ ਜਨਰਲ ਹਾਊਸ ਦੀਆਂ। ਨਹੀਂ, ਜਨਰਲ ਹਾਊਸ ਦੀਆਂ ਵੇਖੋ SSRO ਨੇ ਫਿਰ ਕਹਿ ਦਿੱਤਾ ਵੀ 2022 ਦੇ ਅਖੀਰ ਤੱਕ ਵੋਟਾਂ ਪੈਣ ਦੀ ਸੰਭਾਵਨਾ ਹੈਗੀ। ਅੱਛਾ ਜੀ, ਹੈਗੀ ਆ। 2019 ਦੇ ਵਿੱਚ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਸਾਡੇ ਜਸਟਿਸ ਹੈਗੇ ਸੀ ਦਰਸ਼ਨ ਸਿੰਘ ਹੋਈ, ਉਹਨਾਂ ਨੂੰ ਲਾਇਆ ਸੀ ਤੇ ਉਹਨਾਂ ਚਾਰਜ ਨਹੀਂ ਲਿਆ ਸੀ, ਨਹੀਂ ਮੇਰੇ ਵਾਸਤੇ ਰੋਕ ਨਹੀਂ ਹੈਗਾ ਜੀ, ਕਿ ਸਰਕਾਰ ਦੀ ਬੇਰੁਖੀ ਸੀਗੀ। ਮੁੜ ਕੇ ਮੈਂ ਕਿਹਾ 2020 ਚ ਲਾਇਆ ਜਸਟਿਸ ਸਾਰੋ ਨੂੰ ਤੇ ਉਹਨੂੰ ਦਫ਼ਤਰ ਹੀ ਦਿੱਤਾ। ਫਿਰ ਕਾਫੀ ਰੌਲਾ ਪੈਣ ਤੋਂ ਦਫ਼ਤਰ ਤੇ ਦਿੱਤਾ, ਸਟਾਫ ਅਜੇ ਤੱਕ ਨਹੀਂ ਦਿੱਤਾ ਉਹਨੂੰ, ਜਿਹਦੇ ਵਿੱਚ ਇੱਕ ਸੈਕਟਰੀ ਆ, 2 ਮੇਰੇ ਖਿਆਲ ਕਲਰਕ ਨੇ, 2 ਸਹਾਇਕ ਨੇ, 1 PN, ਏਦਾਂ ਕਰਕੇ ਉੱਥੇ ਸਟਾਫ ਲੈਣਾ ਉਹਨੂੰ ਜੀ। ਤੱਕ ਉਹ ਅਜੇ ਵਿਚਾਰੇ ਆਪਣੇ ਮਾੜਾ ਮੋਟਾ ਕੰਮ ਕਰਦੇ, ਘਰੋਂ ਆਪੇ ਹੀ ਕਰਿਆ ਵੀ ਟਾਈਪ ਕਰਕੇ ਕਰ ਰਹੇ। ਲੇਕਿਨ ਫਿਰ ਵੀ ਉਹਨਾਂ ਨੂੰ ਆਸ ਆ ਵੀ 2022 ਦੇ ਅਖੀਰ ਤੱਕ ਉਮੀਦ ਹੈ ਵੀ SGPC ਦੀਆਂ ਚੋਣਾਂ ਹੋ ਜਾਣਗੀਆਂ। ਇਹਦੇ ਵਾਸਤੇ ਵੀ ਇੱਕ ਕਿਸਾਨਾਂ ਨੂੰ ਮੋਰਚਾ ਲਾਉਣਾ ਪਊ ਲੱਗਦਾ ਜੀ। ਉਹ ਗਰਾਹਾਂ ਸਾਨੂੰ ਇੱਕ ਬੇਨਤੀ ਕਰਾਂਗੇ ਕਿ ਬਿਆਨ ਛੱਡ ਦੇ ਛੋਟਾ ਜਿਹਾ ਇੱਥੇ, ਉਹਨਾਂ ਦੀ ਕੋਈ ਜ਼ਿਆਦਾ ਮੰਨੀ ਦੀ ਅੱਜ ਕੱਲ੍ਹ ਇੱਥੇ ਜੀ। ਇਸ ਕਰਕੇ ਉਹਦੇ ਤੇ ਵੀ ਕੋਈ ਮੋਰਚਾ ਲਾਉਣਾ ਪਊ, ਉਹਦੀ ਗੱਲ ਉਹਦੇ ਗੱਲ ਬਣਨੀ ਨਹੀਂ। ਇਸ ਕਰਕੇ ਉਮੀਦ ਆ ਵੀ ਚੋਣਾਂ ਹੋ ਜਾਣਗੀਆਂ। ਚੰਗੀ ਗੱਲ ਜੇ ਚੋਣਾਂ ਹੋ ਜਾਣ ਤੇ ਨਵੇਂ ਬੰਦੇ ਆਉਣ। ਅੱਜ ਦੀ ਡੇਟ ਦੇ ਵਿੱਚ 185 ਮੈਂਬਰ ਨੇ ਟੋਟਲ, ਤੇ ਮੇਰੇ ਖਿਆਲ 25 ਕਿ 30 ਮੈਂਬਰ ਤੇ ਚੜਾਈ ਕਰ ਚੁੱਕੇ। ਜੇ ਏਦਾਂ ਕੰਮ ਚੱਲਦਾ ਰਿਹਾ ਗਾਂ ਕੀ ਬਣਦਾ ਤੇ ਪਤਾ ਕੋਈ ਨਹੀਂ ਜੀ। ਤੇ ਹੁਣ ਗੱਲ ਕਰੀਏ ਜੀ, ਕਾਂਗਰਸ ਦੇ ਬੜੇ ਚਰਚਾ ਹੈਗੀ ਹੈ ਕਿ ਮੰਤਰੀ ਵਿਧਾਇਕ ਤੇ ਉਧਰੋਂ ਅੱਜ ਅਕਾਲੀ ਦਲ ਦੇ ਵੱਡੇ ਨੇਤਾ ਸਿਕੰਦਰ ਸਿੰਘ ਮਲੂਕਾ ਦੀ ਵੀ ਇੱਕ ਟੈਲੀਵਿਜ਼ਨ ਨੇ ਖਬਰ ਚਲਾਤੀ ਸੀ ਵੀ ਗਏ BJP 'ਚ। ਉਹਨਾਂ ਨੇ ਤਾਂ ਅੱਜ ਬਿਆਨ ਦੇਤਾ ਵੀ ਮੈਂ ਨਹੀਂ ਭਾਈ, ਅਸੀਂ ਤਾਂ ਅਕਾਲੀ ਦਲ ਨਾਲ ਖੜੇ ਹਾਂ। ਤੇ ਬਾਕੀਆਂ ਦੇ ਕੀ ਚਰਚਾ ਜੀ? ਇਹ ਗੱਲ ਹੈਰਾਨੀਜਨਕ ਸੀ ਜਦੋਂ ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਖਬਰ ਸੁਣੀ ਕਿ ਮਲੂਕਾ ਸਾਹਿਬ ਚਲੇ ਗਏ ਆ। ਮਲੂਕਾ ਸਾਹਿਬ ਚਲੇ ਗਏ ਜੀ। ਉਹ ਤੇ ਇੱਕ ਧਿਰ ਸੀ ਅਕਾਲੀ ਦਲ ਦੀ ਚਲੇ ਗਏ, ਤੇ ਫਿਰ ਅਕਾਲੀ ਦਲ ਪੱਲੇ ਕੀ ਰਹਿ ਗਿਆ। ਬਿਲਕੁਲ ਸਿਆਣੀ ਗੱਲ ਹੈ ਤੁਹਾਡੀ। ਲੇਕਿਨ ਬਾਅਦ ਦੇ ਵਿੱਚ ਮੈਂ ਕਿਤੇ ਸੁਣਿਆ ਵੀ ਉਹਨਾਂ ਨੇ ਕਹਿਤਾ ਨਹੀਂ ਜੀ ਮੈਂ ਨਹੀਂ ਗਿਆ। ਲੇਕਿਨ ਅਜੇ ਵੀ ਇਹ ਕਹਿੰਦੇ ਆ ਵੀ ਆਉਣ ਵਾਲੇ 1 ਹਫ਼ਤੇ ਦੇ ਵਿੱਚ ਜਿਹੜੇ ਉਹ 7 ਮੰਤਰੀ ਚੱਲਣ, ਪਰ ਮੈਨੂੰ ਨਹੀਂ ਲੱਗਦਾ ਜਾਣ ਨੂੰ। ਮੈਂ ਤਾਂ ਪੰਜਾਬੀ ਚ ਕਹਿ ਜੀ ਜੀ। ਸੋਸ਼ਲ ਮੀਡੀਆ ਰੌਲਾ ਬੜਾ ਪਾਇਆ, ਵਿਜੇ ਇੰਦਰ ਸਿੰਗਲਾ ਦਾ ਪਾਇਆ, ਤ੍ਰਿਪਤਿੰਦਰ ਬਾਜਵੇ ਦੇ ਪਾਇਆ, ਸੁਖ ਸਰਕਾਰੀ ਦਾ ਪਾਇਆ, ਓਪੀ ਸੋਨੇ ਦਾ ਪਾਇਆ, ਬ੍ਰਹਮਿੰਦਰ ਦਾ ਪਾਇਆ, ਰਾਣਾ ਗੁਰਜੀਤ ਦਾ ਪਾਇਆ ਵਾ, ਭਾਰਤ ਭੂਸ਼ਣ ਆਸੂ ਦਾ ਪਾਇਆ ਵਾ। ਲੇਕਿਨ ਜਿਨ੍ਹਾਂ ਦੀਆਂ ਸੀਟਾਂ ਸਿਰਫ ਛੱਡ ਕੇ ਕਿਉਂ ਜਾਣਗੇ ਜੀ? ਉਹਨੇ ED ਤੋਂ ਡਰਦੇ। ਮੈਂ ਕਿਹਾ ਉਹ ਤੇ ਕਹਿ ਗਈ ਭਾਈ ਤੁਸੀਂ ਆਪਣੀਆਂ ਸੀਟਾਂ ਜਿੱਤੋ, ਜੇ ਸਾਨੂੰ ਕੋਈ ਇੰਨੀਆਂ ਵੋਟਾਂ ਮਿਲ ਗਈਆਂ ਤੁਹਾਨੂੰ ਆਪੇ ਲਾਵਾਂਗੇ ਤਾਂ ਆਪਣੇ ਵਾਲੇ ਪਾਸੇ ਜਿੱਦਾਂ ਲੈਣਾ ਹੋਇਆ ਲੈ ਲਾਂਗੇ। ਅੱਗੇ ਕਿਹੜਾ ਖਹਿਰਾ ਦੀ ਅਸਤੀਫਾ ਦਵਾਤਾ? ਜੀ ਜੀ ਜੀ। ਨਾ ਖਹਿਰਾ ਦਾ ਅਸਤੀਫਾ ਤਾਂ ਕਾਂਗਰਸ ਨੇ ਰਾਹ ਖੋਲਤਾ, ਡਿਫੈਕਸ਼ਨ ਲਾ ਤਾਂ ਲੱਗਣ ਹੀ ਦਿੱਤਾ। ਬਿਲਕੁਲ 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 ਬਿਲਕੁਲ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਆ ਵੀ ਇਹ 7 ਬੰਦਿਆਂ ਦੀ ਗੱਲ ਚੱਲਦੀ ਹੈ। ਰਾਣਾ ਸੋਢੀ ਦੀ ਗੱਲ ਚੱਲਦੀ ਸੀ, ਰਾਣਾ ਸੋਢੀ ਤੇ ਗਏ BJP 'ਚ ਜੀ। ਕੈਪਟਨ ਸਾਹਿਬ ਨੇ ਆਪ ਹੀ ਕਹਿਤਾ ਭਾਈ ਮੇਰੇ ਖਾਤੇ 'ਚ ਫਿਰੋਜ਼ਪੁਰ ਦੀ ਟਿਕਟ ਨਹੀਂ ਆਉਂਦੀ, ਤੇ ਫਿਰੋਜ਼ਪੁਰ ਜਿਹੜਾ ਕਾਫੀ ਆਧਾਰ ਹੈ BJP ਦਾ ਤੇ ਉੱਥੇ ਦੇ ਦਿਓ। ਠੀਕ ਹੈ ਜੀ। ਹੁਣ ਉਹ ਬੰਦਾ ਜਿੱਤਣ ਦੀ ਭਾਵੇਂ ਸਮਰਥਾ ਘੱਟ ਹੈ, ਲੇਕਿਨ ਹਰਾਉਣ ਦੀਆਂ ਸੀਟਾਂ ਨਹੀਂ ਰੱਖਦਾ। ਇਸ ਗੱਲ 'ਚ ਮਾਰ ਚਲਾਓ ਜੀ, ਅਸੀਂ ਹਰਾ ਸਕਦਾ ਵਾ। ਲੇਕਿਨ ਦੂਜੇ ਪਾਸੇ ਉਮੀਦ ਹੈ ਵੀ ਇਹ ਅਗਲਾ ਹਫ਼ਤਾ ਜਿਹੜਾ ਆਉਣਾ ਵਾ ਜੀ, ਜਿਹੜਾ ਪਹਿਲਾ ਹਫ਼ਤਾ, ਉਦੋਂ ਤੱਕ ਕਾਫੀ ਕਹਿੰਦੇ ਆ, ਇਹ ਕੁਛ ਨਹੀਂ ਕਹਿ ਸਕਦੇ। ਕਹਿੰਦੇ 12 ਵਿਧਾਇਕ ਵੀ ਜਾ ਸਕਦੇ ਕੈਪਟਨ ਸਾਹਿਬ ਨਾਲ ਜੀ, ਇਹ ਮੰਤਰੀ ਵੀ ਜਾ ਸਕਦੇ। ਜਾਂਦੇ ਕਿ ਨਹੀਂ ਜਾਂਦੇ ਸਮਾਂ ਦੱਸੂਗਾ, ਕਿਉਂਕਿ ਜਿੱਥੋਂ ਕੈਪਟਨ ਸਾਹਿਬ ਇਲੈਕਸ਼ਨ ਲੜਦੇ ਬ੍ਰਹਮਿੰਦਰ ਤੋਂ ਆਪ ਇਲੈਕਸ਼ਨ ਨੂੰ ਫਿਰਦਾ ਉੱਥੇ ਆਪ ਲੜਦਾ। ਰਾਜਪੁਰੇ ਗਏ ਸੀਗੇ ਅੱਜ, ਰਾਜਪੁਰੇ ਆਪਦਾ ਚੰਗਾ ਧੂਮ ਧੜੱਕਾ ਕਰਕੇ ਆਏ ਆ ਉੱਥੇ। ਜੀ 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 ਜੀ। ਜੇ ਤਾਂ ਕੁਰਸੀ ਦੀ ਗੱਲ ਆ ਜੀ, ਉਦੋਂ ਕੋਈ ਪਾਰਟੀ ਪੁੱਟੀ ਨਹੀਂ ਵੇਂਦਾ, ਕੁਛ ਦਿਨ ਮਿੱਤ ਨਹੀਂ ਵੇਂਦਾ, ਕਹਿੰਦੇ ਕੁਰਸੀ ਮਿਲਣੀ ਚਾਹੀਦੀ ਜਿੱਥੋਂ ਮਰਜ਼ੀ ਮਿਲੇ। ਇਸ ਕਰਕੇ ਜਿਹੜੀ ਅਜੇ ਰਾਣਾ ਸੋਢੀ ਸਾਹਿਬ ਚਲੇ ਗਏ ਨੇ, ਉਹਨਾਂ ਨੂੰ ਵਧਾਈ ਹੋਵੇ। ਗੁਰਜੀਤ ਨੂੰ ਤਾਂ ਸਿੱਧੂ ਨੇ ਕਿਰਾਏ ਦਾ ਲੀਡਰ ਦੱਸਤਾ, ਫਿਰ ਉਹ ਵੀ ਤਿਆਰੀ ਰੱਖਣਗੇ ਰਾਣੇ ਗੁਰਜੀਤ ਨੂੰ ਜੀ।
ਹਾਂ ਨਹੀਂ ਵੇਖੋ, ਰਾਣਾ ਗੁਰਜੀਤ ਦੀ ਗੱਲ ਕੀ ਸੀਗੀ। ਹਾਂ ਰਾਣਾ ਗੁਰਜੀਤ ਦੀ ਵੀ ਥੋੜੀ ਜਿਹੀ ਗਲਤੀ ਹੈ। ਰਾਣਾ ਗੁਰਜੀਤ ਨੂੰ ਜੇ ਇੱਕ ਟਿਕਟ ਦਿੱਤੀ ਹੈ ਕਪੂਰਥਲੇ ਦੀ, ਇੱਕ ਤੇਰੇ ਭਣੇਵੇਂ ਨੂੰ ਦਿੱਤੀ ਖਡੂਰ ਸਾਹਿਬ ਤੋਂ, ਇੱਕ ਤੂੰ ਆਪਣੇ ਮੁੰਡੇ ਵਾਸਤੇ ਮੰਗਦਾ ਸੁਲਤਾਨਪੁਰ ਲੋਧੀ, ਹੂੰ ਤੂੰ ਕਹਿੰਦਾ ਮੇਰੇ ਮੁੰਡੇ ਨੂੰ ਟਿਕਟ ਦਿਓ। ਜੀ। ਉੱਥੇ ਨਵਜੀਤ ਸਿੰਘ ਚੀਮਾ ਜਿਹੜਾ 2-3 ਦਿਨ ਜਿੱਤਿਆ, ਉਹ 100 ਦਿਨ ਉਮੀਦਵਾਰ ਹੈ ਉੱਥੇ। ਹੂੰ ਹੁਣ ਮੇਥੋਂ ਹੋ ਕੀ ਰਿਹਾ ਇੱਥੇ? ਜੀ ਉਹ ਇਹ ਰਿਹਾ ਵਾ ਵੀ ਜਾ ਕੇ ਨਵਜੋਤ ਸਿੰਘ ਸਿੱਧੂ ਨਵਜੀਤ ਨੂੰ ਤੇ ਚੀਮੇ ਨੂੰ ਥਾਪੜੀ ਦਿਆ ਵੀ ਤਗੜਾ ਜਵਾਨਾ। ਜੀ ਲੋਕਾਂ ਨੂੰ ਰੈਲੀ ਕਰਕੇ ਕਹਿਆ ਵੀ ਭਾਈ ਤੁਸੀਂ ਵੋਟਾਂ ਇਹਨੂੰ ਪਾਉਣੀਆਂ ਬੰਦੇ ਦੀ, ਬੰਦਾ ਆਪਣਾ ਕੰਮ ਕਰਨ ਵਾਲਾ ਬੰਦਾ ਹੈ। ਹੂੰ ਤੇ ਦੂਜੇ ਪਾਸੇ ਜਿਹੜੀ ਟਿੱਪਣੀ ਸਿੱਧੂ ਕਰਦਾ ਵਾ, ਉਹ ਵੀ ਬੜੀ ਮੰਦਭਾਗੀ ਟਿੱਪਣੀ। ਹੂੰ ਅੱਜ ਵੀ ਉਹਨੇ ਟਿੱਪਣੀ ਕੀ ਕੀਤੀ ਹੈ? ਜੀ ਇੱਕ ਲੈਟਰ ਲਿਖਿਆ ਚੰਨੀ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਹਿੰਦਾ ਜੀ ਆਹ ਵੇਖੋ ਗੱਲ ਸੁਣੋ, ਤੁਸੀਂ ਜਿਹੜੀਆਂ ਆਹ ਜਿਹੜੇ ਡਹਿਬਲ ਕਲਾਂ ਤੇ ਕੋਟਕਪੂਰਾ ਦੇ ਪੀੜਤ ਲੋਕ, ਇਹਨਾਂ ਨੂੰ ਨੌਕਰੀਆਂ ਦਿਓ। ਹੂੰ ਕਿ ਉਹ ਕੱਲ ਜਾ ਕੇ ਆਏ, ਮਿਲ ਕੇ ਆਏ ਨਾ ਉੱਥੇ, ਤੇ ਉਹਨਾਂ ਲੋਕਾਂ ਨੇ ਖਰੀਆਂ ਸੁਣਾਈਆਂ ਵੀ ਤੂੰ ਕਹਿੰਦਾ ਮੈਂ ਕਰ ਦੂੰ, ਕਰ ਤੇਰੀ ਸਰਕਾਰ ਹੈਗੀ ਆ। ਹੂੰ ਚਿੱਠੀ ਲਿਖੀ ਵੀ ਨਾ ਨੌਕਰੀ ਦਿੱਤੀ ਜਾਵੇ ਸਰਕਾਰੀ, ਜੀ ਤੇ ਨਾਲ ਇਹ ਲਿਖ ਦਿੱਤਾ ਕਿ ਕੀ ਇਹ ਵੀ ਦੱਸਿਆ ਜਾਵੇ ਕਿ ਜਿਹੜੀਆਂ ਸਰਕਾਰੀ ਨੌਕਰੀਆਂ ਸਿਰਫ ਮੰਤਰੀਆਂ ਤੇ ਐਮਐਲਏ ਦੇ ਮੁੰਡਿਆਂ ਕੁੜੀਆਂ ਵਾਸਤੇ ਹੀ ਆ। ਹੂੰ ਇਹ ਲਿਖਣ ਦੀ ਕੀ ਲੋੜ ਸੀ? ਜੀ ਜਾਣ ਕੇ ਕੰਟਰੋਵਰਸੀ ਪੈਦਾ ਕਰਨ ਦੀ ਗੱਲ ਆ। ਜੀ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਰਾਣਾ ਗੁਰਜੀਤ ਨੇ ਕਹਿ ਦਿੱਤਾ ਵੀ ਇਹ ਘੁਸਪੈਠੀਆ ਕਾਂਗਰਸ ਹੈਗਾ ਤੇ ਕਾਂਗਰਸ ਦਾ ਬੇੜਾ ਕਰ ਕਰਕੇ ਜਾਊਗਾ। ਇਹ ਇੱਥੇ ਜਿਹੜਾ ਸਿਰਫ ਓਨਲੀ ਨਹੀਂ ਬੇੜਾ ਕਰਨ ਵਾਸਤੇ ਹੈ। ਹੂੰ ਆਪਣੀ ਜਗ੍ਹਾ ਠੀਕ ਹੈ। ਜੀ ਹੁਣ ਰਾਣਾ ਗੁਰਜੀਤ ਆਪਣੇ ਮੁੰਡੇ ਨੂੰ ਟਿਕਟ ਦੇਣਾ ਚਾਹੁੰਦਾ ਵਾ। ਬਿਲਕੁਲ। ਦੂਜੇ ਪਾਸੇ ਗੱਲਾਂ ਕਿੱਧਰ ਨੂੰ ਜਾਂਦੀਆਂ? ਜਦੋਂ ਸਿੱਧੂ ਨਵਾਂ ਪ੍ਰਧਾਨ ਬਣਿਆ ਸੀ ਜੀ, ਉਸ ਤੋਂ ਬਾਅਦ ਜਿਹੜਾ ਕੁਲਬੀਰ ਜਿਹੜਾ ਸੀ ਉਹਦੀ ਜਿਹੜਾ ਸੀ ਪਰਛਾਵਾਂ ਬਣਿਆ ਪਿਆ ਸੀ ਨਾਲ। ਜਦੋਂ ਮੁੱਖ ਮੰਤਰੀ ਦੀ ਗੱਲ ਚੱਲਦੀ ਉਦੋਂ ਵੀ ਨਾਲ ਜੀ। ਬਾਅਦ ਦੇ ਵਿੱਚ ਇਹ ਸਾਬਤ ਹੋ ਗਿਆ ਵੀ ਉਹਨੂੰ ਸੁੱਖੀ ਰੰਧਾਵੇ ਨੇ ਭੇਜਿਆ ਸੀ, ਤੂੰ ਵੇਖ ਜਾ ਕੇ ਵੇਖ, ਮੇਰੇ ਖਿਲਾਫ ਗੱਲ ਨਹੀਂ ਕੋਈ ਕਰਦੀ। ਉਹ ਸਿੱਧੂ ਨੂੰ ਪਤਾ ਲੱਗ ਗਿਆ, ਸਿੱਧੂ ਨੂੰ ਝਾੜ ਕੇ ਪਾਸੇ ਕਰਤਾ, ਚਾਹ ਆਪਣਾ ਕੰਮ ਕਰਦੇ ਜਾ ਕੇ। ਹੁਣ ਸਿੱਧੂ ਨਹੀਂ ਗਿਆ ਉਹਦੇ ਇਲਾਕੇ ਚ ਜੀ। ਕੱਲ ਚੰਨੀ ਗਿਆ ਇਲਾਕੇ ਚ, ਦੇਖ ਰੈਲੀ ਕਰਕੇ ਆਇਆ। ਅੱਛਾ, ਚੰਨੀ ਦੇ ਕੇ ਆਇਆ। ਮਤਲਬ ਵਿੱਚ ਏਦਾਂ ਦੀ ਕਾਂਗਰਸ ਦੀ ਜਿਹੜੀ ਉਹ ਖਿੱਚ ਚੱਲ ਰਹੀ ਹੈ। ਮੁੱਖ ਮੰਤਰੀ ਦੀ ਵੀ ਚੱਲ ਰਹੀ, ਸਿੱਧੂ ਦੀ ਵੀ ਚੱਲ ਰਹੀ। ਸਿੱਧੂ ਨੂੰ ਇੱਕੋ ਹੀ ਮੈਨੂੰ ਮੁੱਖ ਮੰਤਰੀ ਬਣਾ ਦਿਓ, ਮੈਨੂੰ ਜੋ ਮਰਜ਼ੀ ਬਣਾ ਦਿਓ। ਸੁਣੋ, ਇਹ ਮੁੱਖ ਮੰਤਰੀ ਬਣ ਜਾਣ, ਜਿੱਦਾਂ ਇਹਨਾਂ ਦੀ ਕਾਰਜਸ਼ੈਲੀ ਏਦਾਂ ਨਹੀਂ ਚੱਲਿਆ ਜਾਂਦਾ। ਬਿਲਕੁਲ, ਮੁੱਖ ਮੰਤਰੀ ਦਾ ਤਾਂ ਬਹੁਤ ਵੱਡਾ ਹਿਸਾਬ ਕਿਤਾਬ ਹੁੰਦਾ। ਬਿਲਕੁਲ, ਹਾਂਜੀ, ਉਹ ਕਾਰਜਸ਼ੈਲੀ ਨਹੀਂ ਚੱਲਿਆ ਜਾ ਸਕਦਾ। ਡਿਕਟੇਟਰ ਬਣ ਕੇ ਤੁਸੀਂ ਨਹੀਂ ਚੱਲ ਸਕਦੇ। ਜੇ ਤੁਸੀਂ ਚੱਲਣ ਦੀ ਕੋਸ਼ਿਸ਼ ਕੀਤੀ ਤੇ ਸਾਰੇ ਦੇ ਸਾਰੇ ਐਮਐਲਏ ਜਾ ਕੇ ਦਿੱਲੀ ਬੈਠ ਜਾਣਗੇ, ਭਾਈ ਲਾਓ ਇਹਨੂੰ, ਚੁਣੇ ਦੋਨੇ ਤੁਸੀਂ, ਤੇ ਮੁੜ ਕੇ ਤੁਹਾਨੂੰ ਸਿਆਸੀ ਤੌਰ ਤੇ ਸੂਚੜ ਕਰਨੀ ਪਊਗੀ। ਇਸ ਕਰਕੇ ਤੁਸੀਂ ਤਰੀਕੇ ਤੇ ਸਲੀਕੇ ਨਾਲ ਚੱਲੋ। ਅਖਰ ਸਾਹਿਬ ਨੇ ਬਕਾਇਦਾ ਤੌਰ ਤੇ ਕਹਿਤਾ, ਸਿੱਧੂ ਸਾਹਿਬ ਜਿੱਦਾਂ ਤੁਸੀਂ ਕਰਦੇ ਹੋ ਲੜਨ ਭਿੜਨ ਦੀਆਂ ਗੱਲਾਂ, ਏਦਾਂ ਆਪਣੀ ਇਲੈਕਸ਼ਨ ਜਿੱਤ ਜਾਣੀ ਜੀ। ਜੇ ਇਲੈਕਸ਼ਨ ਜਿੱਤਣੀ ਹੈ ਤੇ ਇੱਕ ਮੰਚ ਤੇ ਇਕੱਠੇ ਹੋ ਜਾਓ। ਤੇ ਸਿੱਧੂ ਸਾਹਿਬ ਇੱਕ ਦਿਨ ਤੇ ਮੁੱਖ ਮੰਤਰੀ ਸਾਹਿਬ ਦੀ ਤਾਰੀਫ ਕਰ ਦਿੰਦੇ ਆ ਤੇ ਦੂਜੇ ਦਿਨ ਲਾਹ ਘਾਟੇ ਬਣਾ ਦਿੰਦੇ। ਇਹ ਗੱਲ ਮਾੜੀ ਹੈ। ਇਸ ਕਰਕੇ ਰਾਣਾ ਗੁਰਜੀਤ ਦੀ ਗੱਲ ਤਾਂ ਸੱਚੀ ਹੈ ਉਹਦੀ, ਕਿ ਇਹ ਜਿਹੜਾ ਖਰਾਬੀਆਂ ਕਰ ਰਿਹਾ ਵਾ, ਨੁਕਸਾਨ ਪਹੁੰਚਾ ਰਿਹਾ, ਜਿਹੜੇ ਬਿਆਨਬਾਜ਼ੀ ਕਰ ਰਿਹਾ, ਜਿੱਦਾਂ ਬੋਲ ਰਿਹਾ, ਉਹ ਬਿਆਨ ਜਿਹੜੀ ਉਹ ਨੁਕਸਾਨ ਪਹੁੰਚਾ ਰਿਹਾ ਪਾਰਟੀ ਜੀ। ਹੁਣ ਆਈਏ ਆਪਾਂ ਅਸਲ ਕੰਮ ਦੀ ਗੱਲ ਤੇ, ਜਿਹੜਾ ਹੈਗਾ ਉਹ ਹੈਗਾ ਜਿਹੜਾ ਅੱਜ ਬਿਕਰਮ ਸਿੰਘ ਮਜੀਠੀਆ ਤੇ ਪਰਚਾ ਦਰਜ ਹੋਇਆ। ਨਵਜੋਤ ਸਿੰਘ ਨੂੰ ਤੇ ਝੜੂ ਲਾਤੀ ਜੀ ਉਹਨੇ ਟਵਿੱਟਰ ਤੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਇਹ ਪਰਚਾ ਬਣਦਾ ਹੀ ਨਹੀਂ ਸੀਗਾ, ਇਹ ਰੱਦ ਹੋ ਜਾਊਗਾ, ਇਹ ਬੜਾ ਹੀ ਕੀ ਕਹਿੰਦੇ ਆਪਣਾ ਢਿੱਲਾ, ਤੇ ਕਹਿੰਦੇ ਵੀ ਐਂ ਪਰਚੇ ਦਰਜ ਨਹੀਂ ਹੁੰਦੇ। ਤੇ ਨਵਜੋਤ ਸਿੰਘ ਸਿੱਧੂ ਬਾਅਦ ਚ ਕਹਿੰਦੇ ਜੀ ਆਹ ਹੁੰਦੀ ਹੈ ਗੱਲ, ਕਹਿੰਦੇ ਕੈਪਟਨ 4.5 ਸਾਲ ਰਿਪੋਰਟਾਂ ਤੇ ਐਨ ਬਗਲੀ ਪਾ ਕੇ ਬੈਠਾ ਰਿਹਾ। ਜੀ, ਜਿੱਥੋਂ ਤੱਕ ਮਜੀਠੀਏ ਦੇ ਖਿਲਾਫ ਬਕਾਇਦਾ ਤੌਰ ਤੇ ਮੁਕੱਦਮਾ ਦਰਜ ਕਰਨ ਦੀ ਗੱਲ ਹੈ ਜੀ, ਉਹ ਬਨੂੜ ਦੇ ਇੱਕ ਕੇਸ ਨੂੰ ਆਧਾਰ ਬਣਾ ਕੇ 49 ਪੇਜ ਦੀ ਐਫਆਈ ਦਰਜ ਕੀਤੀ ਜੀ। ਇੱਕ ਨਾ 49 ਪੇਜ ਦੀ ਐਫਆਈ, ਧਾਰਾ ਐਨਡੀਪੀਐਸ ਲਾਈਆਂ ਜੀ, 25 ਤਰ੍ਹਾਂ ਲਾ ਕੇ। ਉਹਦੀ ਗ੍ਰਿਫਤਾਰੀ ਹੁੰਦੀ ਹੈ ਨਾ ਨਹੀਂ ਹੁੰਦੀ, ਮੈਂ ਤਾਂ ਸੋਚਦਾ ਉਹਨੂੰ ਆਪ ਹੀ ਖੁੱਲਾ ਛੱਡਤਾ ਕਿ ਐਂਟੀਸਿਪੇਟੀ ਜਿਹੜਾ ਕੋਈ ਗੱਲ ਨਹੀਂ। ਉਹ ਤਾਂ ਭੱਜ ਗਿਆ, ਉਹ ਤਾਂ ਪੰਜਾਬ ਪੁਲਿਸ ਦੀ ਸਿਕਿਉਰਿਟੀ ਛੱਡ ਕੇ ਤੇ ਸੀਆਰਪੀ ਦੀ ਨਾਲ ਲੈ ਕੇ ਉਹ ਤਾਂ ਅੰਡਰਗਰਾਊਂਡ ਹੋ ਗਿਆ। ਉਹ ਤੇ ਮੋਗੇ, ਜਿੱਦਣ ਮੋਗੇ ਰੈਲੀ ਚ ਉਹਦੇ ਭੱਜ ਗਿਆ ਸੀ। ਅੱਛਾ ਜੀ, ਮੋਗੇ ਵਾਲੀ ਰੈਲੀ ਚ ਤੇ ਸਿਕਿਉਰਿਟੀ ਛੱਡ ਕੇ ਆਪਣੀ ਇਨੋਵਾ ਚ ਬੈਠ ਕੇ ਦੌੜ ਗਿਆ ਸੀ। ਮੋਗੇ ਪਤਾ ਹੀ ਸੀ ਵੀ ਹੋਊਗਾ ਕੰਮ ਹੈ। ਜੇ ਉਦੋਂ ਬਾਦਲ ਸਾਹਿਬ ਨੇ ਨਹੀਂ ਸੀ ਬੁਲਾ ਸਟੇਜ ਤੇ ਉਹਦੇ ਵੀ ਕੀ ਕਾਰਨ ਸੀ? ਇਹ ਜੀਰੇ ਨੂੰ ਕਹਿਣਾ ਹੁੰਦਾ ਸੀ ਇਹ 2 ਫੁੱਟਾ ਵਾ, ਇਹਦੀ ਟੱਕਰ 6 ਫੁੱਟੇ ਨਾਲ ਆ।
ਅੱਜ ਜੀਰਾ ਕੀ ਕਹਿੰਦਾ? ਜੀਰਾ ਕਹਿੰਦਾ 2 ਫੁੱਟਾਂ ਤੇ ਖੜਾ ਜਿੱਥੇ ਖੜਾ ਸੀ, ਅੱਜ 6 ਫੁੱਟਾਂ ਕਿਹੜੀ ਖੁੱਡ ਚ ਵੜ ਗਿਆ ਦੱਸੇ ਸਾਨੂੰ ਅੱਜ। ਜੇ ਵਾਕਈ ਉਹ ਨਿਰਦੋਸ਼ ਤੇ ਜਾ ਕੇ ਪੁਲਿਸ ਕੋਲੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰ, ਕਿਉਂ ਭੱਜ ਫਿਰਦਾ ਅੱਗੇ ਲੱਗ ਕੇ? ਉਹਦੀ ਦਾਲ ਚ ਕਾਲਾ ਸੀ ਤੇ ਤਾਦੀ ਉਹ ਪਹਿਲਾਂ ਜਾ ਕੇ ਵਕੀਲ ਕਰਕੇ ਗਿਆ ਸੀ, ਮੇਰੀ ਗੱਲ ਸੁਣਿਓ ਕਿ ਦੌੜ ਜਾ ਇੱਥੋਂ, ਇਹ ਤਾਂ ਨਾ ਹੀ ਨਹੀਂ। ਹਰਪ੍ਰੀਤ ਸਿੰਘ ਸਿੱਧੂ ਉਹਦਾ ਰਿਸ਼ਤੇਦਾਰ, ਤੁਹਾਨੂੰ ਪਤਾ, ਵਿਕਰਮ ਮਜੀਠੀਆ ਦਾ। ਹਾਂਜੀ ਹਾਂਜੀ। ਅੱਛਾ ਜੀ। ਉਹਦਾ ਮਜੀਠੀ ਦਾ ਮੈਂ ਕਿਹਾ ਸ਼ਾਇਦ ਭੂਆ ਦਾ ਪੁੱਤਰਾ ਲੱਗਦਾ, ਕਿਤੋਂ ਕੋਈ ਰਿਸ਼ਤੇਦਾਰ ਨੇ ਆਪਸ ਵਿੱਚ। ਅੱਛਾ ਜੀ। ਇਹਨੇ ਕਿਹਾ ਵੀ ਸੀ ਵੀ ਮੇਰਾ ਰਿਸ਼ਤੇਦਾਰ ਆ, ਜਦੋਂ ਪਹਿਲਾਂ ਉਹਦੀ ਪੁੱਟਰ ਕਰਨ ਲੱਗਾ ਸੀ ਨਾ, ਉਹਨੇ ਕਿਹਾ ਬਿਲਕੁਲ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜੀ, ਕੋਈ ਮਜੀਠੀਆ ਮੇਰਾ ਰਿਸ਼ਤੇਦਾਰ ਨਹੀਂ ਹੈਗਾ। ਉਹਨੇ ਠੋਕ ਕੇ ਰਿਪੋਰਟ ਲਿਖੀ ਸੀ ਤੇ ਖਿਲਾਫ। ਇਹਦੇ ਵਿੱਚ ਵੇਖੋ ਕਿੱਡੀ ਵਿਡੰਬਨਾ ਹੈਗੀ ਜੀ। ਚੰਨੀ ਸਾਹਿਬ ਕਹਿੰਦੇ ਜੀ ਵੇਖੋ ਅਸੀਂ ਜਿਹੜੇ ਇਹ ਡਰੱਗ ਜਿਹੜੇ ਪੈਡਲਰ ਨੇ ਇਹਨਾਂ ਦੀ ਕਾਰਵਾਈ ਸ਼ੁਰੂ ਕਰਤੀ ਆ, ਜਲਦੀ ਹੀ ਤੁਹਾਨੂੰ ਇਹਦੇ ਰਿਜ਼ਲਟ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਜੀ। ਸੁੱਖੀ ਰੰਧਾਵਾ ਹੋ ਰਹੀ ਜਾਂਦੇ ਆ ਵੀ ਵੇਖੋ ਮਜੀਠੀਆ ਗ੍ਰਿਫਤਾਰ ਹੋਏਗਾ ਜੋ ਮਰਜ਼ੀ। ਜਿਹੜਾ ਹਰਜੀਤ ਗਰੇਵਾਲ ਭਾਜਪਾ ਤੋਂ ਕਹਿੰਦਾ ਜੀ ਇਹਦੇ ਬਦਲਾਖੋਰੀ ਨਾਲ ਪਰਚਾ ਦਰਜ ਕੀਤਾ ਗਿਆ ਵਾ। ਅੱਛਾ, ਉਹ ਵੀ ਬੋਲ ਪਿਆ ਜੀ। ਤੇ ਗਜਿੰਦਰ ਸਿੰਘ ਸ਼ੇਖਾਵਤ ਜਿਹੜੀ ਭਾਜਪਾ ਦੇ ਪੰਜਾਬ ਚੋਣ ਕਮੇਟੀ ਦੇ ਇੰਚਾਰਜ ਨੇ, ਮੰਤਰੀ ਨੇ ਕੇਂਦਰੀ ਜੀ, ਉਹ ਕਹਿੰਦੇ ਆ ਪਾਪ ਦਾ ਘੜਾ ਅਵੱਛ ਭਰਦਾ ਵੀ ਹੁੰਦਾ ਤੇ ਫਿਰ ਫੁੱਟਦਾ ਵੀ ਹੁੰਦਾ। ਇਹ ਉਹਨਾਂ ਦੀ ਵਾਈਡ ਆ। ਅੱਛਾ, ਦੋਨੇ ਲੀਡਰਾਂ ਦੇ ਇੱਕੋ ਪਾਰਟੀ ਦੇ 2 ਲੀਡਰਾਂ ਦੀ ਅੱਡੋ ਅੱਡ ਆ ਗਈਆਂ। ਉਹਨੇ ਆ ਵੀ ਜਿਹੜਾ ਮਜੀਠੀਆ ਵਾ ਇਹਦਾ ਨਾਂ ਪੂਰੇ ਇੰਡੀਆ 'ਚ ਮਸ਼ਹੂਰ ਆ ਵੀ ਪੰਜਾਬ ਦੇ ਵਿੱਚ ਇੱਕ ਡਰੱਗ ਪੈਡਲਰ ਹੈਗਾ ਵਾ ਮਜੀਠੀਆ, ਬਿਕਰਮ ਸਿੰਘ ਮਜੀਠੀਆ ਜੀ। ਉਹ ਕਹਿੰਦਾ ਮੈਨੂੰ ਤੇ ਵੀ ਜਾਣਕਾਰੀ ਵੀ ਇਹ ਮਜੀਠੀਆ ਨਾਂ ਤੇ ਕੋਈ ਡਰੱਗ ਵੀ ਚੱਲਦੀ ਆ, ਜਿਹਦਾ ਲੋ ਵੀ ਆ ਡਰੱਗ ਤੁਹਾਨੂੰ ਦੇ ਦੋ ਤੁਹਾਨੂੰ ਮਿਲ ਜਾਂਦੀ ਆ ਜੀ। ਇਸ ਕਰਕੇ ਉਹ ਕਹਿੰਦਾ ਵੀ ਜਿਹੜੀ ਉਹ ਕਾਰਵਾਈ ਹੋਈ ਆ ਕੀਤੀ ਹੈ ਕਾਨੂੰਨ ਅਨੁਸਾਰ ਕਾਰਵਾਈ ਠੀਕ ਕੀਤੀ ਆ, ਅਸੀਂ ਉੱਤੇ ਕੋਈ ਕਿੰਤੂ ਨਹੀਂ ਕਰਦੇ। ਉਹ ਕਹਿੰਦਾ ਜੀ ਸਵਾਲ ਪੁੱਛਿਆ ਗਿਆ ਵੀ ਜੇ ਇਹ ਪੋਲੀਟੀਕਲ ਵੈਂਡੇਟਾ ਕਹਿੰਦਾ ਜਾ ਕੇ ਕਾਂਗਰਸ ਤੋਂ ਮੈਨੂੰ ਨਾ ਪੁੱਛੋ ਸਵਾਲ, ਮੈਂ ਜੋ ਕਹਿਣਾ ਸੀ ਕਹਿਤਾ। ਮੈਂ ਤੇ ਕਹਿਤਾ ਵੀ ਠੀਕ ਜਿਹੜੇ ਨਾਂ ਤੇ ਪੂਰੇ ਹਿੰਦੁਸਤਾਨ 'ਚ ਨਾਂ ਬਦਨਾਮ ਡਰੱਗ ਦੇ ਵਿੱਚ ਤੇ ਉਹ ਬੰਦੇ ਤੇ ਪਰਚਾ ਹੋਇਆ ਤਾਂ ਚੰਗੀ ਗੱਲ, ਉਹਦੇ ਖਿਲਾਫ ਕਾਰਵਾਈ ਬਣਦੀ ਹੈ ਜੀ। ਮੌਬ ਲਿੰਚਿੰਗ ਦੀ ਗੱਲ ਕੀਤੀ, ਬਕਾਇਦਾ ਤੌਰ ਤੇ ਮੌਬ ਲਿੰਚਿੰਗ ਬਾਰੇ ਪੁੱਛਿਆ ਗਿਆ ਤੇ ਉਹ ਕਹਿੰਦਾ ਜੀ ਮੌਬ ਲਿੰਚਿੰਗ ਬੜੀ ਹੋ ਰਹੀ ਤੁਹਾਡੇ ਰਾਜ ਤੇ। ਕਹਿੰਦਾ ਮੌਬ ਲਿੰਚਿੰਗ ਜਿਹੜਾ ਰਾਹੁਲ ਗਾਂਧੀ ਰੌਲਾ ਪਾਉਂਦਾ ਮੌਬ ਲਿੰਚਿੰਗ ਉਹਨੂੰ ਕਹਿੰਦਾ ਆਪਣੇ ਬਾਪੂ ਦਾ ਇਤਿਹਾਸ ਖੋਲ ਜੀ। ਕਿਉਂ ਰਾਹੁਲ ਨੇ ਇੰਨੀ ਗੱਲ ਕਹੀ ਸੀ ਵੀ 2014 ਤੋਂ ਬਾਅਦ ਮੌਬ ਲਿੰਚਿੰਗ ਬਹੁਤ ਹੋਈ ਹੈ ਸਾਡੇ ਦੇਸ਼ ਜੀ। ਉਹਨਾਂ ਜਵਾਬ ਦਿੱਤਾ ਉਹਦਾ ਵੀ ਭਾਈ ਤੂੰ ਆਪਣੇ ਬਾਪੂ ਨੂੰ ਪੁੱਛ ਤੇ ਤੇਰੇ ਬਾਪੂ ਦਾ ਰਾਜ ਉਦੋਂ ਮੌਬ ਲਿੰਚਿੰਗ ਕਿੰਨੀ ਹੋਈ ਸੀ ਸਾਨੂੰ ਬਦਨਾਮ ਨਾ ਕਰ। ਬਿਲਕੁਲ ਕਰਕੇ ਉਹਨਾਂ ਦੀ ਗਜਿੰਦਰ ਸਿੰਘ ਹੋਰਾਂ ਦਾ, ਗਜਿੰਦਰ ਸ਼ੇਖਾਵਤ ਦਾ ਤੇ ਇਹਦੇ ਆਪਣੇ ਸਾਡੇ ਜਿਹੜੇ ਹੈਗੇ ਨੇ ਮਾਨਯੋਗ ਪੰਜਾਬ ਵਾਲੇ ਲੀਡਰ ਗਰੇਵਾਲ ਸਾਹਿਬ ਜੀ, ਦੋਵਾਂ ਦੇ ਬਿਆਨ ਵੱਖੋ ਵੱਖਰੇ ਨੇ ਜੀ। ਬਿਲਕੁਲ, ਇਹਨਾਂ ਦਾ ਤਾਂ ਜਦੋਂ ਇੱਕ ਵੱਡਾ ਲੀਡਰ ਉਹ ਦੇ ਰਿਹਾ ਤੇ ਇਹਨੇ ਤਾਂ ਫਿਰ ਉਹ ਸੋਸ਼ਲ ਮੀਡੀਆ ਦੇ ਉੱਤੇ ਉਹ ਕੰਮ ਕਰਨਾ ਹੀ ਹੁੰਦਾ ਨਾ ਜੀ। ਸੋ ਧੰਨਵਾਦ ਜੀ ਪੱਟੀ ਸਾਹਿਬ, ਸ਼ੁਕਰੀਆ ਤੁਹਾਡਾ। ਸ਼ੁਕਰੀਆ। ਸੋ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਜੀ। ਬ੍ਰੇਕ ਤੋਂ ਬਾਅਦ ਨੀਲ ਭਲਿੰਦਰ ਹੋਰਾਂ ਦੇ ਨਾਲ ਅੱਗੇ ਚੱਲਾਂਗੇ, ਉਹਨਾਂ ਦੇ ਨਾਲ ਵਿਸਥਾਰ ਦੇ ਵਿੱਚ ਇਸ FIR ਬਾਰੇ ਗੱਲਬਾਤ ਕਰਾਂਗੇ। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं ਜੀ। ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 ਜਾਂ ਫਿਰ ਕਾਲ ਕਰੋ 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ?
ਇਹਦਾ ਰਾਜ਼ ਹੈ अर्लिंगटन फ्यूल स्टॉप। अर्लिंगटन फ्यूल स्टॉप 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care. Quick Truck Lube.